साहिब जी संत जना मिल कर जस गायो, कोट जन्म के दुख गवायो। जो चाहत सोई मन पायो, कर कृपा कर नाम दिवायो। सर्व सुख हर नाम वडाई, गुर प्रसाद नानक मत पाई। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जी, आदि श्री गुरु ग्रंथ साहिब सच्चे पातशाह जी दी अपरंपार किरपा रहमत ते बख्शिश अपने सारिਆਂ ਤੇ ਹੋਈ है। जो ਆਪਾਂ पूर्ण ब्रह्म ज्ञानी राज जोगी तत्वेते कारक महापुरुष श्रीमान संत बाबा ईश्वर सिंह जी महाराज राड़ा से वाले, श्रीमान संत बाबा किशन सिंह जी महाराज राड़ा से वालियां दा पावन पवित्र जीवन इतिहास रूहानी संदेश तिस ਦੀ ਵਿਚਾਰ ਕਰ ਰਹੇਗਾ। ਆਪਾਂ ਕੱਲ ਦੇ ਦੀਵਾਨ ਵਿੱਚ 101 ਨੰਬਰ ਸਫੇ ਤੱਕ ਵਿਚਾਰ ਕਰ ਲਈ ਸੀ। ਅੱਜ ਆਪਾਂ 101 ਦੀਆਂ ਲਾਸਟ ਪੰਕਤੀਆਂ ਤੋਂ ਪ੍ਰਾਰੰਭ ਕਰ ਰਹੇ ਹਾਂ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕਿੰਨਾ ਜੀਵਾਂ ਦਾ ਭਲਾ ਕੀਤਾ, ਕਿੰਨਾਂ ਦਾ ਉਧਾਰ ਕੀਤਾ, ਔਰ ਪਹਿਲਾ ਆਪ ਜੀ ਨੇ ਬੰਦਗੀ ਕਿਸ ਤਰ੍ਹਾਂ ਦੇ ਨਾਲ ਕੀਤੀ। ਇਹਦੀਆਂ ਵਿਚਾਰਾਂ ਜਿਵੇਂ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਸਾਹਿਬ ਲਿਖ ਰਹੇ ਹਨ, ਉਹਨਾਂ ਵਿਚਾਰਾਂ ਦੀ ਆਪਾਂ ਸਾਂਝ ਆਪ ਸੰਗਤਾਂ ਦੇ ਨਾਲ ਪਾਉਂਦੇ ਹਾਂ। ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆਉਂਦੇ ਹਨ, ਮੈਸੇजेस ਆਉਂਦੇ ਹਨ ਕਿ ਤੁਸੀਂ ਬਹੁਤ ਸੁੰਦਰ ਉਪਰਾਲਾ ਕੀਤਾ ਹੈ। ਸੰਗਤਾਂ ਦੀ ਬੇਨਤੀ ਅਤੇ ਸਲਾਹ ਮਸ਼ਵਰੇ ਨੂੰ ਮੁੱਖ ਰੱਖਦੇ ਹੋਏ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਕਿਸ਼ਨ ਸਿੰਘ ਮਹਾਰਾਜ ਜੀਆਂ ਦੇ ਇਤਿਹਾਸ ਦੀ ਪ੍ਰਾਰੰਭਤਾ ਕੀਤੀ ਹੈ। ਕਈ ਵਾਰ ਘਰਾਂ ਦੇ ਵਿੱਚ ਗ੍ਰੰਥ ਪਏ ਹੀ ਰਹਿ ਜਾਂਦੇ ਹਨ। ਸਾਰੀ ਜ਼ਿੰਦਗੀ ਅੱਜ ਪੜਾਂਗੇ ਕੱਲ ਨੂੰ ਪੜਾਂਗੇ ਦੀ ਵਿਚਾਰ ਕਰਦੇ ਕਰਦੇ ਸਮਾਂ ਬਤੀਤ ਹੋ ਜਾਂਦਾ ਹੈ ਔਰ ਅਸੀਂ ਗ੍ਰੰਥ ਚੁੱਕ ਕੇ ਪੜ੍ਹਦੇ ਹੀ ਨਹੀਂ। ਸੋ ਇਹ ਬਹੁਤ ਸੁੰਦਰ ਉਪਰਾਲਾ ਸੰਗਤਾਂ ਦੇ ਹੁਕਮ ਨੂੰ ਅਸੀਂ ਮੰਨ ਕੇ ਕੀਤਾ ਹੈ, ਜਿਹਦੇ ਦੁਆਰਾ ਮਹਾਰਾਜ ਜੀ ਦਾ ਸਾਰਾ ਇਤਿਹਾਸ ਨੈੱਟ ਤੇ ਚੜ ਜਾਏਗਾ। ਜਦੋਂ ਵੀ ਕਿਸੇ ਬਾਲਕ ਨੂੰ, ਬੱਚੇ ਨੂੰ, ਸਿਆਣੇ ਨੂੰ, ਵਿਦਵਾਨ ਨੂੰ, ਬਜ਼ੁਰਗ ਨੂੰ ਜ਼ਰੂਰਤ ਹੈ, ਜਿੰਨੇ ਨੰਬਰ ਸਫੇ ਤੋਂ ਚਾਹੀਦਾ ਹੋਵੇਗਾ ਉਹ ਸਾਰੇ ਦਾ ਸਾਰਾ ਨਾਲੇ ਖਰਮਨ ਹੋਣੀ ਪਾ ਰਹੇ ਹਨ। ਔਰ ਸੰਗਤਾਂ ਉਸੇ ਤਰੀਕੇ ਸਿਰ ਉਨੇ ਹੀ ਸਫੇ ਤੋਂ ਸਾਖੀ ਲੱਭ ਕੇ ਸਰਵਣ ਕਰ ਸਕਦੇ ਹਨ। ਸੋ ਬੜਾ ਸੰਗਤਾਂ ਦਾ ਉਤਸ਼ਾਹ ਸਾਨੂੰ ਮਿਲ ਰਿਹਾ ਹੈ, ਸੰਗਤਾਂ ਦਾ ਧੰਨਵਾਦ ਹੈ। ਅੱਜ ਆਪਾਂ ਕਾਂਡ ਨੰਬਰ 8ਵਾਂ ਭਾਗ ਨੰਬਰ ਕਥਾ ਦਾ ਜੋ ਭਾਗ ਆਪਾਂ ਕਰ ਰਹੇ ਹਾਂ ਇਹ 12ਵਾਂ ਹੈ ਔਰ ਗ੍ਰੰਥ ਦਾ 101 ਨੰਬਰ ਸਫਾ ਤਿਸ ਤੋਂ ਪ੍ਰਾਰੰਭਤਾ ਕਰ ਰਹੇਗਾ। ਕੁਝ ਕੁ ਮੁਖੀ ਸਿੱਖਾਂ ਨੇ ਸੰਤ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਗਰੀਬ ਨਿਵਾਜ ਇਹ ਜੀਵ ਅਤਿਅੰਤ ਦੁਖੀ ਹੋ ਰਿਹਾ ਹੈ, ਇਸ ਦਾ ਦੁੱਖ ਕਿਵੇਂ ਮਿਟ ਸਕਦਾ ਹੈ। ਹਜ਼ੂਰ ਨੇ ਪਾਵਨ ਰਸਨਾ ਤੋਂ ਉੱਤਰ ਦਿੱਤਾ ਕਿ ਅਸਲ ਵਿੱਚ ਸਰੀਰ ਦੇ ਮਾਨਸਿਕ ਦੁੱਖ ਸਾਰੇ ਹੀ ਪਰਮੇਸ਼ਰ ਨੂੰ ਭੁੱਲ ਕੇ ਮਾਇਆ ਦੇ ਵਿੱਚ ਲੱਗਣ ਕਰਕੇ ਪ੍ਰਾਪਤ ਹੋਇਆ ਕਰਦੇ ਹਨ। ਸਰੀਰ ਮਾਇਕ ਰਚਿਤ ਹੈ, ਦੇਹ ਹੀ ਸਾਰੇ ਦੁੱਖਾਂ ਦਾ ਕਾਰਨ ਹੈ, ਕਿਉਂਕਿ ਇਹ तमाम ਰੋਗਾਂ ਦੀ ਖਾਣ ਹੈ। ਇਸ ਦੇਹ ਦਾ ਕਾਰਨ ਧਰਮ ਤੇ ਅਧਰਮ ਭਾਵ ਪਾਪ ਤੇ ਪੁੰਨ ਨੂੰ ਕਥਨ ਕੀਤਾ ਹੈ। ਗੁਰੂ ਸ਼ਾਸਤਰ ਦੀ ਮਰਿਆਦਾ ਅਨੁਸਾਰ ਕੀਤੇ ਸ਼ੁਭ ਵਿਹਿਤ ਅਤੇ ਗੁਰੂ ਸ਼ਾਸਤਰ ਤੋਂ ਉਲਟ ਅਸ਼ੁਭ ਨਖਿਦ ਕਰਮ ਪਾਪ ਤੇ ਪੁੰਨ ਦਾ ਕਾਰਨ ਹਨ। ਭਾਵ ਸ਼ੁਭ ਕਰਮ ਪੁੰਨ ਅਤੇ ਅਸ਼ੁਭ ਕਰਮ ਪਾਪ ਹਨ।
ਸ਼ੁਭ ਤੇ ਅਸ਼ੁਭ ਕਰਮਾਂ ਦਾ ਕਾਰਨ ਹੈ ਰਾਗ ਤੇ ਦਵੈਸ਼। ਭਾਵ ਕਿਸੇ ਨਾਲ ਮੋਹ, ਕਿਸੇ ਨਾਲ ਵੈਰ ਭਾਵਨਾ, ਚੰਗਾ ਤੇ ਮਾੜਾ, ਅਧਿਆਸ, ਸੰਸਕਾਰ, ਮਿਥਿਆ ਪ੍ਰਾਪਤੀ ਰਾਗ ਦਵੈਸ਼ ਦਾ ਕਾਰਨ ਹੈ। ਜੋ ਭਲਾ ਤੇ ਬੁਰਾ ਅਧਿਆਸ ਹੈ, ਇਹ ਸਾਰਾ ਦੁਐਤ ਤੋਂ ਪ੍ਰਗਟ ਹੁੰਦਾ ਹੈ। ਉਹ ਅਦਵੈਤ ਬ੍ਰਹਮ ਵਿੱਚ ਇਉਂ ਕਲਪਿਤ ਹੈ ਜਿਵੇਂ ਸਿੱਪੀ ਦੇ ਵਿੱਚ ਚਾਂਦੀ ਮਿਥਿਆ ਹੈ। ਇਸ ਦੁਐਤ ਦਾ ਕਾਰਨ ਅਗਿਆਨ ਹੈ। ਸਤ ਜਨ ਨਾ ਕਰੋ, ਉਹ ਅਗਿਆਨ ਹੀ ਬ੍ਰਹਮ ਵਿੱਚ ਕਲਪਿਤ ਹੈ। ਪਰ ਇਸ ਜੀਵ ਦੇ ਹਿਰਦੇ ਵਿੱਚ ਸਤ ਮੰਨਿਆ ਹੈ। ਉਹ ਅਗਿਆਨ ਕਲਪਤ ਸਤਾ ਵਾਲਾ ਹਿਰਦੇ ਵਿੱਚ ਪਛਾਣ ਨਾ ਕਰੋ। ਜਿਤਨਾ ਚਿਰ ਹਿਰਦੇ ਵਿੱਚ ਉਸ ਅਗਿਆਨ ਦਾ ਪਰਦਾ ਬਣਿਆ ਹੋਇਆ ਹੈ, ਉਤਨਾ ਚਿਰ ਜੀਵ ਸਾਰੇ ਦੁੱਖਾਂ ਤੇ ਕਲੇਸ਼ਾਂ ਨੂੰ ਪਾਉਂਦਾ ਹੈ। ਇਸ ਅਗਿਆਨ ਦਾ ਵਿਰੋਧੀ ਹੈ ਬ੍ਰਹਮ ਗਿਆਨ। ਉਹ ਬ੍ਰਹਮ ਗਿਆਨ ਗੁਰੂ ਬਚਨ ਤੇ ਸ਼ਰਧਾ ਰੱਖਿਆ ਏਕਤਾ ਬੋਧਕ ਵਿਦਾਂਤ ਵਾਕਾਂ ਦੁਆਰਾ ਪ੍ਰਾਪਤ ਹੋਇਆ ਕਰਦਾ ਹੈ। ਪੰਡਤ ਗੁਲਾਬ ਸਿੰਘ ਜੀ ਮਹਾਰਾਜ ਮੋਖ ਪੰਥ ਵਿੱਚ ਇਹਦਾ ਕਥਨ ਕਰਦੇ ਹਨ। ਸਗਲ ਦੁਖ ਕੋ ਕਾਰਨ ਦੇ, ਤਾਂ ਕੋ ਧਰਮ ਅਧਰਮ ਵਿਦੇ, ਵਿਹੁਤ ਨਿਖਿਦ ਕਰਮ ਤੇ ਮੂਲ, ਰਾਗ ਦਵੈਸ਼ ਕਰਮਨ ਕੋ ਮੂਲ, ਭਲੋ ਬੁਰੋ ਅਧਿਆਸਕ ਹੈ ਜੋਈ, ਰਾਗ ਦਵੈਸ਼ ਕੋ ਕਾਰਨ ਸੋਈ। ਸੋ यह ਭਲੋ ਬੁਰੋ ਅਧਿਆਸ, ਨਿਕਲ द्वैत ते भयो प्रकाश, सो द्वैत ब्रह्म में ऐसे, सीप विखे रूपो जग जैसे। ताको कारण है अज्ञान, सो और कल्पत छत पछान, सो अज्ञान अह उर जो लो, अर्थ अनर्थ लह नर तोलो। ताको नास्त आत्म ज्ञान, सो वेदांत की निके का मान। कई प्रेमी कहन लगे महाराज जी किरपा करके कुछ कुछ विदांत दे वाकां दा भी वर्णन कर दिओ, ताकि सानू समझ पै सके कि दुख किवें मिटिया करदे कान, माया दा असर किवें घट सकदा है। दया करो महाराज, विदांत ते भी आप जी प्रवचन करन दी कृपालता करो। आत्म विचार महाराज जी दसदे कर संत जी महाराज ने आख्या कि विदांत अपने आत्मा के विचार नूं कहंदे हन, जो इस प्रकार है कि ये मन द्वैत भाव विच लग के परमेश्वर तो बेमुख हो गया, इसलिए इसनूं एकाग्रता अते शांति प्राप्त नहीं हुंदी। ਤਾਂ ਤੇ ਇਸ ਦਾ ਸਾਥ ਛੱਡ ਕੇ ਆਪਣੇ ਅੰਦਰ ਨਿਸ਼ਚਾ ਕਰੋ ਕਿ ਤੂੰ ਪੰਜਾਂ ਤੱਤਾਂ ਰਚਿਤ ਸਥੂਲ ਸਰੀਰ ਨਹੀਂ ਹੈ, ਕਿਉਂਕਿ ਇਹ ਸਰੀਰ ਤਾਂ ਜੰਮਦਾ ਹੈ, ਮਰਦਾ ਹੈ, ਬਾਲਕ ਹੈ, ਕਿਸ਼ੋਰ, ਜਵਾਨੀ, ਬੁਢੇਪੇ ਨੂੰ ਪ੍ਰਾਪਤ ਹੋਇਆ ਕਰਦਾ ਹੈ। ਸਦਾ ਇੱਕ ਰਸ ਨਹੀਂ ਰਹਿੰਦਾ, ਸਦਾ ਉਤਪਤੀ ਵਿਨਾਸ਼ ਵਾਲਾ ਹੋਇਆ ਕਰਦਾ ਹੈ। ਅਤੇ ਤੇਰਾ ਆਤਮਾ ਸਦਾ ਅਸੰਗ ਤੇ ਨਿਰਲੇਪ ਹੈ। ਨਾ ਜਨਮਣਾ, ਨਾ ਮਰਨਾ, ਨਾ ਬਾਲਕਪੁਣਾ, ਨਾ ਬੁਢੇਪਾ, ਨਾ ਹੋਰ ਕੋਈ ਰੋਗ ਹੀ ਹੈ। ਇਸ ਸਰੀਰ ਤੋਂ ਸੂਖਮ ਇੰਦਰੀ ਹਨ, ਇਹ ਵੀ ਤੇਰਾ ਆਤਮਾ ਨਹੀਂ, ਕਿਉਂਕਿ ਇਹਨਾਂ ਦੀ ਹੀ ਇਹੋ ਜਿਹੀ ਦਸ਼ਾ ਹੈ। ਇੱਕ ਤਾਂ ਇਹ ਵੱਖ ਵੱਖ ਹਨ, ਫਿਰ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ। ਨੇਤਰ ਦੇਖਦੇ ਹਨ ਪਰ ਸੁਣ ਨਹੀਂ ਸਕਦੇ, ਕੰਨ ਸੁਣਦੇ ਹਨ ਦੇਖ ਨਹੀਂ ਸਕਦੇ, ਨਾਸਕਾਂ ਨੂੰ ਕੇਵਲ ਸੁਗੰਧੀ ਦੁਰਗੰਧੀ ਦਾ ਹੀ ਗਿਆਨ ਹੈ। ਰਸਨਾ ਖੱਟੇ ਮਿੱਠੇ ਦੀ ਸਵਾਦ ਨੂੰ ਹੀ ਜਾਣ ਸਕਦੀ ਹੈ ਜਾਂ ਦੱਸ ਸਕਦੀ ਹੈ, ਪਰ ਤੇਰਾ ਆਤਮਾ ਦੇਖਣ, ਸੁੰਘਣ ਅਤੇ ਸਪਰਸ਼ ਆਦਿਕਾਂ ਤੋਂ ਪਰੇ ਹੈ। ਸਾਰੇ ਇੰਦਰੀ ਉਸੇ ਤੋਂ ਸਤਾ ਪਾਉਂਦੇ ਹਨ। ਇਹਨਾਂ ਇੰਦਰੀਆਂ ਤੋਂ ਸੂਖਮ ਪ੍ਰਾਣ ਹਨ। ਇਹ ਵੀ ਤੇਰਾ ਸਰੂਪ ਨਹੀਂ, ਕਿਉਂਕਿ ਇਹ ਜੜ ਹਨ, ਤੇਰਾ ਆਤਮਾ ਚੇਤਨ ਹੈ। ਰਾਤ ਨੂੰ ਸੁੱਤੇ ਪਏ ਮਨੁੱਖ ਦੇ ਪ੍ਰਾਣ ਤਾਂ ਚੱਲਦੇ ਰਹਿੰਦੇ ਹਨ, ਪਰ ਕੋਲੋਂ ਹੀ ਚੋਰ ਸਮਾਨ ਚੁੱਕ ਕੇ ਲੈ ਜਾਂਦੇ ਹਨ।
ਪ੍ਰਾਣ ਉਹਨਾਂ ਨੂੰ ਰੋਕ ਨਹੀਂ ਸਕਦੇ, ਇਸ ਕਰਕੇ ਤੇਰਾ ਸਰੂਪ ਨਹੀਂ ਹੈ। ਇਸ ਤੋਂ ਅੱਗੇ ਮਨ ਜੋ ਦੇਖਣ, ਸੁੰਘਣ, ਸੁਣਨ, ਸਪਰਸ਼ ਆਦਿਕ ਧਰਮ ਤੋਂ ਰਹਿਤ ਹੈ। ਕੇਵਲ ਸੰਕਲਪ ਵਿਕਲਪ ਉਠਾਉਣਾ ਹੀ ਇਸ ਦਾ ਸਰੂਪ ਹੈ। ਇੱਕ ਛਿਨ ਵਿੱਚ ਹਜ਼ਾਰਾਂ ਮੀਲਾਂ ਦਾ ਸੈਰ ਕਰਕੇ ਫਿਰ ਵਾਪਸ ਆ ਜਾਂਦਾ ਹੈ। ਇਹਦੀ ਵੀ ਦਸ਼ਾ ਇੱਕ ਰਸ ਨਹੀਂ ਰੇਖਾ ਕਰਦੀ, ਹਾਲਤ ਬਦਲਦੀ ਰਹਿੰਦੀ ਹੈ। ਕਦੇ ਮਲੀਨ, ਕਦੇ ਸ਼ੁੱਧ ਹੁੰਦਾ ਹੈ। ਇਹ ਵੀ ਤੇਰਾ ਆਪਣਾ ਸਰੂਪ ਨਹੀਂ ਹੈ। ਇਉਂ ਸਰੀਰ, ਪ੍ਰਾਣ ਤੇ ਮਨ, ਇਹਨਾਂ ਤਿੰਨਾਂ ਵਿੱਚ 6 ਦੋਸ਼ ਹਨ। ਜਨਮ ਤੇ ਮਰਨ, ਅਸਥੂਲ ਸਰੀਰ ਵਿੱਚ ਹੈ। ਭੁੱਖ ਤੇ ਪਿਆਸ ਪ੍ਰਾਣਾਂ ਦਾ ਧਰਮ ਹੈ। ਹਰਕ ਸੋਗ ਤੇ ਰਾਗ ਦੁਐਸ਼ ਇਹ ਮਨ ਦਾ, ਇੰਦਰੀਆਂ ਦਾ ਪ੍ਰੇਰਕ ਹੈ, ਜੋ ਮਨ ਦੇ ਫੁਰਨੇ ਨੂੰ ਪ੍ਰਕਾਸ਼ਦਾ ਹੈ। ਸਾਰਿਆਂ ਵਿੱਚ ਵਿਆਪਕ ਹੁੰਦਾ ਹੋਇਆ ਵੀ ਸਭ ਤੋਂ ਅਸੰਗ ਤੇ ਨਿਰਲੇਪ ਹੈ। ਕਿਸੇ ਇੰਦਰੀ ਦਾ ਵਿਸ਼ਾ ਨਹੀਂ, ਸੂਖਮ ਤੋਂ ਸੂਖਮ ਹੈ। ਆਤਮ ਵਿਸ਼ੈਣੀ ਬੁੱਧ ਨਾਲ ਅਨੁਭਵ ਕਰੀਂਦਾ ਹੈ, ਜਿਸ ਦੇ ਆਸਰੇ ਤੇ ਸਤਾ ਨੂੰ ਪਾ ਕੇ ਜੜ ਚੀਜ਼ਾਂ ਦੀ ਚੇਤਨਤਾ ਨੂੰ ਪਾਉਂਦੀਆਂ ਹਨ। ਇਹ ਨਿਰਵਿਕਾਰ ਤੇ ਅਬਿਨਾਸੀ ਹੈ। ਇੰਦਰੇ ਭੈ ਪਰਾਈ ਅਰਥਾ ਅਰਥੇ ਪੈ ਚਪਰੰਗ ਮਨ ਮਨਸ ਤੋਂ ਪ੍ਰਬੁੱਧੀ ਬੁੱਧੇ ਆਤਮਾ ਮਹਾਨ ਪਰ। इंद्रियां तो परे अर्थ भाव, शब्द, स्पर्श आदि विषय है। विषयों में परे मन, मन से परे बुद्ध और बुद्धि तो परे महीन तत्व, ਇਹਦੇ ਤੋਂ ਪਰੇ ਮਾਇਆ, ਮਾਇਆ ਤੋਂ ਪਰੇ ਪਰਮਾਤਮਾ ਹੈ। ਜਦੋਂ ਬੁੱਧੀ ਨਾਲ ਉਸ ਆਤਮਾ ਦਾ ਸੰਬੰਧ ਹੁੰਦਾ ਹੈ, ਉਹ ਸੰਬੰਧ ਵੀ ਕਲਪਤਕ ਹੈ, ਵਾਸਤਵ ਨਹੀਂ। ਬੁੱਧੀ ਦਾ ਸੰਬੰਧ ਮਨ ਨਾਲ ਹੁੰਦਾ ਹੈ, ਮਨ ਦਾ ਸੰਬੰਧ ਇੰਦਰੀਆਂ ਨਾਲ ਹੁੰਦਾ ਹੈ, ਇੰਦਰੀਆਂ ਦਾ ਪਦਾਰਥਾਂ ਦੇ ਨਾਲ ਸੰਜੋਗ ਹੁੰਦਾ ਹੈ, ਜਿਸ ਕਰਕੇ ਫਿਰ ਸਤ ਸੰਸਾਰ ਸਤ ਭਾਸਣ ਲੱਗ ਜਾਂਦਾ ਹੈ। ਇੰਦਰੀਆਂ ਨਾਲੋਂ ਮਨ ਦਾ ਸੰਬੰਧ ਤੋੜ ਕੇ ਆਪਣੇ ਆਤਮਾ ਦੇ ਨਾਲ ਜੋੜ ਲਵੇ, ਫਿਰ ਸੰਕਲਪ ਆਪੇ ਮਿਟ ਜਾਇਆ ਕਰਦੇ ਹਨ। ਦੁਐਤ ਦੇ ਸੰਗਲ ਟੁੱਟ ਜਾਂਦੇ ਹਨ, ਰਾਗ ਦੁਐਸ਼ ਦਾ ਬਣਾਓ ਦੂਰ ਹੋ ਜਾਂਦਾ ਹੈ। ਆਪਣੇ ਆਤਮਾ ਨੂੰ ਸਾਰੇ ਵਿਆਪਕ ਦੇਖਦਾ ਹੋਇਆ ਪੂਰਨ ਨਿਸ਼ਠਾ ਦੁਆਰਾ ਮਨ ਦੀ ਸ਼ਾਂਤੀ ਪਾ ਕੇ ਪੂਰਨ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ। ਜੀਵਨ ਮੁਕਤੀ ਦੇ 5 ਪ੍ਰਕਾਰ ਦੇ ਫਲ, ਇਹ ਜਰਾ ਧਿਆਨ ਨਾਲ ਸਰਵਣ ਕਰੋ। ਇਹ ਹੁੰਦੀਆਂ ਹਨ ਡੂੰਘੀਆਂ ਵਿਚਾਰਾਂ, ਬ੍ਰਹਮ ਗਿਆਨ, ਜੋ ਕਿ ਅੱਜ ਕੱਲ ਦੇ ਪ੍ਰਚਾਰਕ ਵੀ ਸੁਣਾਉਣਾ ਮੁਸ਼ਕਲ ਸਮਝਦੇ ਹਨ। ਔਰ ਅੱਜ ਕੱਲ ਦੀ ਜੋ ਮਾਡਰਨ ਸੰਗਤ ਹੈ, ਇਸ ਨੂੰ ਕੇਵਲ ਇੱਕ ਦੂਸਰੇ ਵਿਦਵਾਨ ਦੀ, ਪ੍ਰਚਾਰਕ ਦੀ ਨਿੰਦਿਆ ਕੀ ਪਸੰਦ ਹੈ, ਸਵਾਦਲੀਆਂ ਗੱਲਾਂ ਪਸੰਦ ਹਨ। ਪਰ ਬ੍ਰਹਮ ਗਿਆਨ, ਡਿਵਾਈਨ ਨੌਲੇਜ, ਸਪਿਰਚੁਅਲ ਨੌਲੇਜ ਬਾਰੇ ਕੋਈ ਵਿਰਲੇ ਸਰੋਤੇ ਹੀ ਸਰਵਣ ਕਰਿਆ ਕਰਦੇ ਹਨ। ਸੋ ਮਨ ਚਿੱਤ ਨੂੰ ਇਕਾਗਰ ਕਰਕੇ ਹੀ ਧਿਆਨ ਨਾਲ ਸਰਵਣ ਕਰੋ, ਤਾਂ ਕਿ ਜੀਵਨ ਮੁਕਤੀ ਦੇ ਜਿਹੜੇ 5 ਪ੍ਰਕਾਰ ਦੇ ਫਲ ਹਨ, ਉਹਨਾਂ ਦਾ ਗਿਆਨ ਸਾਨੂੰ ਹੋ ਸਕੇ। ਪਹਿਲੇ ਨੰਬਰ ਤੇ ਗਿਆਨ ਦੀ ਸੰਭਾਲ, ਭਾਵ ਵਿਵਹਾਰ ਕਾਰ ਸਮੇਂ ਵੀ ਆਪਣੇ ਸਰੂਪ ਦਾ ਚਿੰਤਨ ਕਰੀ ਜਾਣਾ, ਕਿਸੇ ਸਮੇਂ ਵੀ ਉਸ ਪਰਮੇਸ਼ਰ ਨੂੰ ਨਾ ਭੁੱਲਣਾ। ਦੂਜਾ ਹੁੰਦਾ ਤਪ, ਜੋ ਹਰ ਪ੍ਰਕਾਰ ਦੀ ਤ੍ਰਿਸ਼ਨਾ ਅਤੇ ਵਾਸ਼ਨਾ ਤੋਂ ਰਹਿਤ ਹੋਣਾ ਹੈ। ਇਹੋ ਹੀ ਸਭ ਤੋਂ ਵੱਡਾ ਤਪ ਹੈ। ਭਾਵ ਹਰੇਕ ਵਸਤੂ ਤੋਂ ਅਸੰਗ ਨਿਵਰਤ ਰਹਿ ਕੇ ਜੀਵਨ ਮੁਕਤੀ ਦਾ ਆਨੰਦ ਮਾਣਨਾ, ਇਹ ਮਹਾਨ ਤਪੱਸਿਆ ਹੈ ਕਲਯੁਗ ਦੀ। ਤੀਜਾ ਹੁੰਦਾ ਸਮਭਾਵ, ਹਰ ਇੱਕ ਨਾਲ ਵਾਦ ਵਿਵਾਦ ਤੋਂ ਰਹਿਤ ਹੋ ਕੇ ਮੈਤਰੀ ਭਾਵ ਰੱਖਣਾ, ਕਿਸੇ ਵਸਤੂ ਪਰ ਹੱਠ ਨਹੀਂ ਕਰਨਾ, ਜਿਵੇਂ ਕੋਈ ਕਹੇ ਉਸੇ ਤਰ੍ਹਾਂ ਸਤ ਕਰਕੇ ਮੰਨ ਜਾਣਾ,
ਕਿਸੇ ਦੇ ਬਚਨ ਨੂੰ ਉਲਟਾਉਣਾ ਨਹੀਂ, ਆਗਿਆ ਵਿੱਚ ਚੱਲਣਾ। ਚੌਥਾ ਹੁੰਦਾ ਹੈ ਦੁੱਖ ਦਾ ਅਭਾਵ। ਚੌਥਾ ਫਲ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਦੁੱਖ ਨਹੀਂ ਭਾਸਦਾ। ਵਾਣੀ ਵੀ ਖੰਭੀ ਭਰਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਾਨੈ। ਪੰਜਵਾਂ ਹੋਇਆ ਕਰਦਾ ਸੁਖ ਅਵਾਰ ਭਾਵ, ਅਰਥਾਤ ਹਰ ਸਮੇਂ ਮਨ ਦੀ ਪ੍ਰਸੰਨਤਾ, ਪੂਰਨ ਖੁਸ਼ੀ ਤੇ ਆਪਣੇ ਆਨੰਦ ਦੇ ਵਿੱਚ ਮਸਤ ਰਹਿਣਾ। ਆਏ ਕੋ ਹਰਖ ਨਹੀਂ, ਗਾਏ ਗਏ ਕੋ ਸ਼ੋਕ ਨਹੀਂ, कैसो निर्दंद पयो समझने की बात है, देगे नेगे नेरे नाही, लक्ष्मी को घेरे नाही, मन कहूँ फेरे नाही, पाहन समगात है, उससे प्रीत नहीं, हार नहीं जीत नहीं, वर्ण है न जात है। ऐसो जब ज्ञान होत, तबे कुछ ध्यान होत, ब्रह्म के समान होत, ब्रह्म में समात है। फिर इस आनंद ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਵਿਦਵਾਨ ਸੱਜਣ ਕਹਿੰਦੇ ਨੇ ਨਚ ਸੁਖੰ ਦੇਵ ਰਾਜਨ ਹੈ, ਨਚ ਸੁਖੰ ਚੱਕਰਵਰਤੀਨ, ਯਤਰ ਸੁਖੰ ਵੀਤ ਰਾਗਸਯ ਮੁਨਿਰੇ ਕਾਂਤ ਵਾਸਿਨ। ਜਿਹੋ ਜਿਹਾ ਸੁਖ ਦੇਵ ਲੋਕ ਦੇ ਰਾਜਾ ਇੰਦਰ ਨੂੰ ਵੀ ਪ੍ਰਾਪਤ ਨਹੀਂ ਹੈਗਾ, ਨਾ ਹੀ ਚੱਕਰਵਰਤੀ ਬਾਦਸ਼ਾਹ ਦੇ ਪਾਸ ਹੈ। ਜਿਹੋ ਜਿਹਾ ਸੁਖ ਇਕਾਂਤ ਵਾਸੀ ਬ੍ਰਹਮ ਚਿੰਤਨ ਕਰਨ ਵਾਲੇ ਬੀਤਰਾਗ ਮਹਾਪੁਰਸ਼ ਨੂੰ ਪ੍ਰਾਪਤ ਹੋਇਆ ਕਰਦਾ ਹੈ। ਇਹ ਜ਼ਿੰਦਗੀ ਤੇ ਢਾਲਣ ਵਾਲੇ ਵਚਨ ਹਨ। ਹਰ ਸਮੇਂ ਗੁਰੂ ਕੇ ਲੰਗਰ ਦੀ ਮਰਿਆਦਾ ਪਿੱਛੇ ਸੀ ਇਹ ਬਚਨ ਕਰ ਆਏ ਹਾਂ ਕਿ ਸਭ ਤੋਂ ਪਹਿਲਾਂ ਰਾੜੇ ਦੀ ਢੱਕੀ ਸੰਤ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਵੱਡੇ ਸਾਹਿਬਾਨ ਤੋਂ ਵਰੋਸਾਏ ਜਹਾਂਗੀਰ ਪਿੰਡ ਦੇ ਗੁਰਵਚਨ ਸਿੰਘ ਭਾਈ ਜੀ ਆਏ। ਉਸ ਤੋਂ ਬਾਅਦ ਫਿਰ ਹੋਰ ਸੱਜਣ ਆਉਣੇ ਸ਼ੁਰੂ ਹੋਏ, ਜਿਨ੍ਹਾਂ ਵਿੱਚ ਸਾਡੇ ਇਸ ਨਗਰ ਘਣਗਸਾ ਪਿੰਡ ਦੇ ਬਾਬਾ ਨਰੈਣ ਸਿੰਘ ਜੀ ਵੀ ਆਏ। ਕੁਝ ਕੁ ਦਿਨਾਂ 'ਚ ਸ਼ਾਮ ਨੂੰ ਕੀਰਤਨ ਸੁਣ ਕੇ ਵਾਪਸ ਪਿੰਡ ਚਲੇ ਜਾਂਦੇ ਰਹੇ। ਫਿਰ ਸਵੇਰੇ ਫਿਰ ਸਮੇਂ ਸਿਰ ਆ ਜਾਣਾ। ਉਪਰੰਤ ਚਰਨਾਂ ਵਿੱਚ ਹੀ ਆ ਕੇ ਟਿਕੇ ਅਤੇ ਲੰਗਰ ਦੀ ਸੇਵਾ ਸੰਭਾਲ ਲਈ। ਹਜੂਰ ਨੇ ਇਹਨਾਂ ਨੂੰ ਵੱਡੇ ਲਾਂਗਰੀ ਅਰਥਾਤ ਲੰਗਰ ਦੇ ਇੰਚਾਰਜ ਭਾਵ ਸ਼੍ਰੀਮਾਨ ਜੀ ਬਣਾ ਦਿੱਤਾ ਅਤੇ ਹੋਰ ਸੇਵਾਦਾਰ ਵੀ ਇਹਨਾਂ ਨਾਲ ਲਾ ਦਿੱਤੇ। ਜ਼ਿੰਮੇਵਾਰੀ ਇਹਨਾਂ ਦੀ ਹੋਇਆ ਕਰਦੀ। ਸੰਤ ਜੀ ਮਹਾਰਾਜ ਦਾ ਹੁਕਮ ਸੀ ਕਿ ਇਹ ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਲੰਗਰ ਹੈ। ਇੱਥੇ ਕੋਈ ਕਿਸੇ ਸਮੇਂ ਵੀ ਆ ਜਾਵੇ, ਭੁੱਖਾ ਨਾ ਮੁੜੇ। ਚਾਹੇ ਉਸ ਨੂੰ ਖਾਣ ਵਾਸਤੇ ਕੁਝ ਵੀ ਦੇ ਦਿਓ, ਪਰ ਖਾਲੀ ਭੁੱਖਾ ਨਹੀਂ ਮੁੜਨਾ ਚਾਹੀਦਾ। 3 ਵਜੇ ਘੰਟੀ ਵਜਾ ਕੇ ਪੰਗਤਾਂ ਲੱਗ ਜਾਇਆ ਕਰਦੀਆਂ, ਜਿਸ ਵਿੱਚ ਲੋੜ ਅਨੁਸਾਰ ਸਭਨਾਂ ਨੂੰ ਚਾਹ, ਲੱਸੀ, ਪ੍ਰਸ਼ਾਦਾ ਮਿਲਦਾ। ਹੋਰ ਤਾਂ ਸਾਰੇ ਗੁਰਮੁਖ ਦੁਪਹਿਰ ਨੂੰ ਪ੍ਰਸ਼ਾਦ ਛਕ ਕੇ ਥੋੜਾ ਬਹੁਤ ਸਮਾਂ ਆਰਾਮ ਕਰ ਲੈਂਦੇ, ਪਰ ਇਹਨਾਂ ਦੀ ਲੰਗਰ ਵਿੱਚ ਡਿਊਟੀ ਸੀ, ਜਿਸ ਕਰਕੇ ਹਾਜ਼ਰ ਹੀ ਰਹਿਣਾ ਪੈਂਦਾ। ਲੰਗਰ ਦੇ ਕਮਰੇ ਅੱਗੇ ਪੰਗਤ ਲੱਗਣ ਕਰਕੇ ਇਹ ਛੋਟਾ ਜਿਹਾ ਵਿਹੜਾ ਸੀ, ਜਿਹਦੇ ਚੁਫੇਰੇ 4-4, 5-5 ਫੁੱਟ ਉੱਚੀ 4 ਦੀਵਾਰੀ ਕੀਤੀ ਗਈ। 1928 ਦੇ ਮਾਰਚ ਮਹੀਨੇ ਦੁਪਹਿਰ ਦੇ ਸਮੇਂ ਬਾਬਾ ਨਰੈਣ ਸਿੰਘ ਦੇ ਪਾਸ ਇੱਕ ਸਾਧੂ ਆਇਆ, ਜਿਸ ਦੇ ਇਹ ਬਚਨ ਸਨ ਪ੍ਰਸ਼ਾਦਾ, ਚਾਹ, ਲੱਸੀ। ਉਸ 4 ਦੀਵਾਰੀ ਦੇ ਉੱਪਰ ਦੀ ਝਾਤ ਪਾਉਂਦਿਆਂ ਅਤੇ ਬੋਲਦਿਆਂ ਹੀ ਤੁਰੇ ਆਉਣਾ, ਪਰ ਰੁਕਣਾ ਨਹੀਂ। ਜੇ ਚੀਜ਼ ਮਿਲ ਜਾਣੀ ਤਾਂ ਆਪਣੀ ਜ਼ਰਖਾ ਦੀ ਟੀਨ ਦੀ ਬਾਲਟੀ ਅੱਗੇ ਕਰਕੇ ਪਵਾ ਲੈਣੀ, ਨਹੀਂ ਤਾਂ ਉਸੇ ਤਰ੍ਹਾਂ ਬੋਲਦੇ ਬੋਲਦੇ ਜਿੱਥੇ ਪਸ਼ੂਆਂ ਵਾਸਤੇ ਦਾਣਾ ਭਿਉਂਤਾ ਹੁੰਦਾ, ਜਿਸ ਵਿੱਚ ਭਾਂਡਿਆਂ ਦਾ ਧੋਣ ਤੇ ਜੂਠੇ ਟੁਕੜ ਪਏ ਹੁੰਦੇ, ਉਸ ਵਿੱਚੋਂ ਸੁੱਕੇ ਗਿੱਲੇ ਰੋਟੀ ਦੇ ਟੁਕੜੇ ਕੱਢ ਕੇ
ਆਪਣੀ ਬਾਲਟੀ ਦੇ ਵਿੱਚ ਪਾ ਕੇ ਤੁਰ ਜਾਣਾ। ਫਿਰ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦੇ ਸਨ। 5-7 ਦਿਨ ਛੱਡ ਕੇ ਫਿਰ ਦੇਵਨਿਤ ਨਾਲ ਉਸੇ ਦਿਨ ਫਿਰ ਆਉਣਾ। ਜਿਸ ਦਿਨ ਕੁਦਰਤੀ ਬਾਹਰੋਂ ਬਹੁਤੀ ਸੰਗਤ ਆ ਜਾਣ ਦੇ ਕਾਰਨ ਲੰਗਰ ਵਿੱਚ ਪ੍ਰਸ਼ਾਦੇ ਸਮਾਪਤ ਹੋ ਗਏ ਜਾਂ ਹੋ ਜਾਂਦੇ, ਪਹਿਲਾ ਵਾਂਗ ਪੁੱਛ ਕੇ ਉਸੇ ਸਮੇਂ ਵਾਪਸ ਮੁੜ ਜਾਣਾ, ਠਹਿਰਨਾ ਨਹੀਂ। ਹੋਰ ਕੁਝ ਵੀ ਨਹੀਂ ਆਖਦੇ ਸਨ। ਕੱਲ ਦੀ ਰੋਟੀ, ਪਰਸੋਂ ਦੀ ਰੋਟੀ, ਲੱਸੀ, ਚਾਹ, ਇਉਂ ਬਸ ਬੋਲਾ ਦਿੰਦੇ ਦਿੰਦੇ ਅੱਗੇ ਤੁਰੀ ਜਾਣਾ। ਜਦੋਂ 10-12 ਦਿਨਾਂ ਵਿੱਚ ਦੂਜੀ ਵਾਰ ਆ ਚੁੱਕਾ ਤਾਂ ਤੀਜੀ ਵਾਰ ਆਉਣ ਤੋਂ ਪਹਿਲਾਂ ਬਾਬਾ ਸ਼੍ਰੀਮਾਨ ਜੀ ਨੇ ਵੱਡੇ ਸੰਤ ਜੀ ਮਹਾਰਾਜ ਦੇ ਪਾਸੋਂ ਬੇਨਤੀ ਕੀਤੀ, ਗਰੀਬ ਨਿਵਾਜ 5-7 ਦਿਨੀ ਸਿਰੋਂ ਨੰਗਾ, ਲੱਕ ਨੂੰ ਖੱਦਰ ਦਾ ਪਰਨਾ ਬੰਨਿਆ, ਗਲ ਵਿੱਚ ਵੀ ਕੁਝ ਨਹੀਂ ਪਾਇਆ, ਹੱਥ ਵਿੱਚ ਚਿਮਟਾ ਪਕੜਿਆ, ਨੰਗੇ ਪੈਰੀ ਦੂਰੋਂ ਹੀ ਬੋਲਦਾ, ਇੱਕ ਸਾਧੂ ਆਉਂਦਾ ਹੈ ਅਤੇ ਬੋਲਦਾ ਹੀ ਅੱਗੇ ਤੁਰ ਜਾਂਦਾ ਹੈ। ਜੇ ਕਹੀਏ ਬਾਬਾ ਜੀ ਠਹਿਰੋ, ਪ੍ਰਸ਼ਾਦਾ ਹੁਣੇ ਤਿਆਰ ਕਰ ਦਿੰਦੇਗਾ, ਤਾਂ ਰੁਕਦਾ ਨਹੀਂ ਹੈਗਾ। ਪਸ਼ੂਆਂ ਦੇ ਦਾਣੇ ਵਿੱਚੋਂ ਪ੍ਰਸ਼ਾਦਿਆਂ ਦੇ ਭੋਰੇ ਲੈ ਕੇ ਤੁਰ ਜਾਂਦਾ ਹੈ। ਹਜ਼ੂਰ ਨੇ ਉੱਤਰ ਦਿੱਤਾ, ਇਹ ਤੁਹਾਡਾ ਲੰਗਰ ਦੇਖਣ ਆਉਂਦਾ ਹੈ। ਸੁਣੋ, ਧਿਆਨ ਨਾਲ ਵਿਚਾਰ ਸੁਣੋ, ਇਹ ਤੁਹਾਡਾ ਲੰਗਰ ਦੇਖਣ ਵਾਸਤੇ ਆਉਂਦਾ ਹੈ। ਹਰ ਸਮੇਂ ਚੱਲਦਾ ਹੈ ਕਿ ਨਹੀਂ? ਤੁਹਾਡੇ ਬਜ਼ੁਰਗਾਂ ਦੇ ਲੰਗਰ ਵਿੱਚ ਤਾਂ 35-35 ਮਣ ਲੂਣ ਇੱਕ ਦਿਨ ਵਿੱਚ ਲੱਗ ਜਾਇਆ ਕਰਦਾ ਸੀ। ਤੁਸੀਂ 10 ਸੇਰ ਆਟਾ ਨਹੀਂ ਪਕਾ ਕੇ ਰੱਖ ਸਕਦੇ। ਅੱਜ ਤੋਂ ਕਿਸੇ ਵੀ ਸਾਧੂ ਨੂੰ ਖਾਲੀ ਨਹੀਂ ਮੋੜਨਾ। ਕੀ ਪਤਾ ਪਰਮੇਸ਼ਰ ਕਿਸ ਰੂਪ ਵਿੱਚ ਆ ਜਾਵੇ, ਕਿ ਉਹ ਸਾਡੇ ਤੇ ਪੇਪਰ ਪਾਉਣ ਵਾਸਤੇ ਆ ਜਾਵੇ, ਕਿ ਅਸੀਂ ਪੇਪਰ 'ਚੋਂ ਪਾਸ ਹੁੰਦੇ ਹਾਂ ਜਾਂ ਨਹੀਂ ਹੁੰਦੇ। ਇਸ ਕਰਕੇ ਅੱਜ ਤੋਂ 10 ਮਣ ਆਟਾ ਪਕਾ ਕੇ ਰੱਖਣਾ ਜ਼ਰੂਰੀ ਹੈ। ਕੋਈ ਖਾਲੀ ਜਾਂ ਭੁੱਖਾ ਨਹੀਂ ਮੁੜਨਾ ਚਾਹੀਦਾ। तुलसी इस संसार में सबको मिलिए ताए, ना जाने किस रूप में नारायण मिल गए आए। लंगर ते यज्ञ की सफलता भी इस विच है कि कोई लोड़वंद भुखा ना मुड़े। वाल्मीकि दे भोजन छके बिना पांडवां दा यज्ञ संपूर्ण नहीं सी होया। किया युधिष्ठिर यज्ञ बटोरा सकल समाजा, मलिया सब का मान सुपच बिन घंट न वाजा। हुण जदों भी वो साधु आवे उस समय जो कुछ भी हाजिर होवे दे देना, खाली नहीं मोड़ना। भीख दा सत्कार करना जरूरी है। बाबा श्रीमान जी ने यह वचन सुन के सिर झुकाया ते अपनी ड्यूटी ते वापस आ गए। साध नदी अर मेघला चले भुयंगम चाल, राजव जह जह पग तरै तह तह करत निहाल। दरिया चलता रह गए बेहतर, साधु रमता रह गए बेहतर। भाव साधु चलदे भले, नगरी वसदी भली। दूजे तीजे दिन उस समय दोपहर नूं साधु फिर आ गया। चाह लस्सी रोटी अज दी होवे, कल दी होवे, परसों दी पई होवे, कहंदा कहंदा तुरिया आ रहा सी। कुदरती उस वक्त भी प्रसादा नहीं सी। श्रीमान ने दौड़ के अंदरों सुक्के आटे दी थाली भर के उपर गुड़ रख लिया अते आख्या, लो बाबा जी। उस महापुरुष ने अपनी बाल्टी अगे कर दी। गुड़ ते आटा पवा के उसे समय उथे खड़े ही घोल के पी गए ਅਤੇ ਮੁੜ ਫਿਰ ਕਦੇ ਨਹੀਂ ਆਏ। ਇਧਰੋਂ ਸੰਤਾਂ ਦੇ ਹੁਕਮ ਅਨੁਸਾਰ ਉਸ ਦਿਨ ਤੋਂ ਬਾਅਦ ਸ਼੍ਰੀਮਾਨ ਨੇ ਵੀ ਪ੍ਰਣ ਕਰ ਲਿਆ, ਚਾਹੇ ਕੋਈ ਸਮਾਂ ਹੈ, ਦਿਨ ਦਾ ਹੈ, ਰਾਤ ਦਾ ਹੈ, ਜਦੋਂ ਵੀ ਲੰਗਰ ਸਮਾਪਤ ਹੁੰਦਾ ਦਿਸੇ ਉਸੇ ਸਮੇਂ ਹੋਰ ਪਕਾ ਕੇ ਰੱਖ ਲੈਣਾ ਚਾਹੀਦਾ ਹੈ। ਇਹ 10-20 ਸਰੀਰਾਂ ਦਾ ਪ੍ਰਸ਼ਾਦਾ हर समय राड़से की धरती ते उदों तो ही तैयार रहिंदा। कई दिनों बाद संत जी महाराज ने पूछया, वो फकीर फिर कदे आया भाई?
ਉਹਨਾਂ ਨੇ ਗੁੜ ਤੇ ਆਟਾ ਦੇਣ ਵਾਲੀ ਸਾਰੀ ਗੱਲ ਦੱਸੀ ਤੇ ਕਿਹਾ, ਮਹਾਰਾਜ ਉਸ ਦਿਨ ਤੋਂ ਬਾਅਦ ਮੁੜ ਕੇ ਨਹੀਂ ਆਇਆ। ਹਜ਼ੂਰ ਕਹਿਣ ਲੱਗੇ, ਇਹ ਲੰਗਰ ਗੁਰੂ ਨਾਨਕ ਦਾ ਹੈ, ਜਿਨ੍ਹਾਂ ਨੇ ਝੜੀ ਲੱਗਣ ਸਮੇਂ ਕਰਤਾਰਪੁਰ ਸੰਗਤ ਨੂੰ ਭੁੱਖੀ ਜਾਣ ਕੇ ਬ੍ਰਿਸ਼ਾਂ ਤੋਂ ਲੁਹਾ ਕੇ ਮਠਿਆਈਆਂ ਛਕਾਈਆਂ ਸਨ। ਫਿਰ ਉਸੇ ਲੰਗਰ ਵਿੱਚੋਂ ਕੋਈ ਲੋੜਵੰਦ ਭੁੱਖਾ ਕਿਵੇਂ ਮੁੜ ਸਕਦਾ ਹੈ। ਹਰੇਕ ਨੂੰ ਚਾਹ ਰੋਟੀ ਦੁਆਰਾ ਪ੍ਰਸੰਨ ਕਰੋ, ਦੂਜੇ ਦੇ ਮਨ ਦੀ ਪ੍ਰਸੰਨਤਾ ਲੈਣੀ। ਸਭ ਤੋਂ ਵੱਡਾ ਪੁੰਨ ਹੈ। ਕਿਸੇ ਮਹਾਪੁਰਸ਼ ਨੇ ਕਥਨ ਕੀਤਾ ਹੈ, ਕਿਸੇ ਵੀ ਸੰਗੇ ਨੇ ਕਵੀ ਗੁਮ ਨਾ ਕਰ ਕੁਜਾ ਗੁਮ ਸ਼ਬਦ ਬਾ ਨੇਕ ਮਰਦ। ਕਿਤੇ ਵੀ ਸੇਵਾ ਕੀਤੀ, ਕੁੱਤੇ ਦੀ ਸੇਵਾ ਕੀਤੀ ਵੀ ਪਰਮੇਸ਼ਰ ਗੁੰਮ ਨਹੀਂ ਕਰਦਾ। ਫਿਰ ਮਹਾਤਮਾ ਜਨਾਂ ਦੀ ਸੇਵਾ ਕੀਤੀ ਕਿਵੇਂ ਗੁੰਮ ਹੋ ਸਕਦੀ ਹੈ। ਸਾਧੂ ਬਾਣੇ ਦਾ ਤਾਂ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਸਾਧੂ ਦੀ ਪਰਖ ਦੀ ਉਸ ਦੇ ਲਿਬਾਸ ਤੋਂ ਹੀ, ਸਾਧੂ ਦੀ ਪਰਖ ਹੀ ਉਸ ਦੇ ਲਿਬਾਸ ਤੋਂ ਹੋਇਆ ਕਰਦੀ ਹੈ। ਭੇਖ ਤੋਂ ਬਿਨਾ ਉਹਨੂੰ ਪਛਾਣੇਗਾ ਕੌਣ। ਸਾਧੂ ਦੇ ਲਿਬਾਸ ਧਾਰਨ ਕਰਨਾ ਜ਼ਰੂਰੀ ਹੈ। ਲਿਬਾਸ ਦੇ ਨਾਲ ਹੀ ਪਹਿਚਾਣਿਆ ਜਾਵੇਗਾ ਕਿ ਇਹ ਸਾਧੂ ਹੈ, ਇਹ ਮਹਾਤਮਾ ਹੈ, ਇਹ ਸੰਤ ਜਨ ਹਨ। ਸਾਧੂ ਨੂੰ ਵੀ ਆਪਣੇ ਸਰੀਰ ਤੇ ਫਕੀਰੀ ਦੇ ਚਿੰਨ੍ਹ ਧਾਰਨ ਕਰਕੇ ਰੱਖਣੇ ਚਾਹੀਦੇ ਹਨ। ਜਿਵੇਂ ਫਕੀਰੀ ਬਾਣੇ ਬਿਨਾ ਫਰੀਦ ਜੀ ਦਾ ਨਰਾਦਰ ਹੋਇਆ ਸੀ, ਉਹ ਪ੍ਰਸੰਗ ਇਸ ਪ੍ਰਕਾਰ ਹੈ। ਫਕੀਰੀ ਤੇ ਬਾਣਾ। ਇੱਕ ਸਮੇਂ ਆਪਣੀ ਫਟੀ ਪੁਰਾਣੀ ਟਾਕੀਆਂ ਵਾਲੀ ਭਾਰੀ ਗੋਦੜੀ ਨੂੰ ਦੇਖ ਕੇ ਫਰੀਦ ਜੀ ਕਹਿਣ ਲੱਗੇ ਕਿ ਮੈਂ ਘਰ-ਬਾਰ ਛੱਡਿਆ, ਜੰਗਲ ਵੇਲੇ ਮੱਲੇ, ਪਰਿਵਾਰ ਦਾ ਮੋਹ ਤਿਆਗਿਆ, ਰੋਹੀਆਂ ਦੀ ਖਾਕ ਛਾਣੀ, ਗਰਮੀ ਸਰਦੀ ਨਾਲ ਪਿੰਡਾ ਵੀ ਫੂਕਿਆ ਹੈ, ਪੇਟ ਤੇ ਕਾਠ ਦੀ ਰੋਟੀ ਬਣ ਕੇ ਫਿਰਿਆ, ਪਰ ਫਿਰ ਵੀ ਅਜੇ ਤੱਕ ਮੌਲਾ ਦਾ ਦੀਦਾਰ ਨਹੀਂ ਹੋਇਆ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹੈ ਕਾਕ, ਅਜੈ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਪਰ ਮੈਂ ਆ ਕਾਹਨੂੰ ਲੀਰਾਂ ਦੀ ਭਾਰੀ ਪੰਡ ਚੁੱਕੀ ਫਿਰਦਾ। ਸੁਣਨ ਵਾਲੀ ਵਿਚਾਰ ਹੈ ਬੱਚਿਓ, ਆਪ ਜੀ ਸੁਣੋਗੇ ਸ਼ਾਇਦ ਆਪ ਜੀ ਦੇ ਕੰਮ ਆ ਜਾਏ। ਮੈਂ ਇਤਨਾ ਭਾਰ ਚੁੱਕੀ ਫਿਰਦਾ ਹਾਂ, ਪੰਡ ਚੁੱਕੀ ਫਿਰਦਾ ਹਾਂ। ਇਹ ਬਚਨ ਸੁਣ ਕੇ ਨਿਰੰਕਾਰ ਵੱਲੋਂ ਜੋ ਜ਼ਰਰੇ ਜ਼ਰਰੇ ਵਿੱਚ ਵਿਆਪਕ ਹੈ, ਗੋਦੜੀ ਵਿੱਚੋਂ ਆਵਾਜ਼ ਆਈ, ਫਰੀਦਾ ਭਾਵੇਂ ਮੈਂ ਫਟੀ ਹਾਂ, ਪੁਰਾਣੀ ਹਾਂ, ਮੈਲ ਦੀ ਭਰੀ ਹਾਂ, ਲੀਰਾਂ ਦੀ ਪੰਡ ਹਾਂ, ਪਰ ਤੇਰਾ ਮੇਰੇ ਕਰਕੇ ਆਦਰ ਹੈ। ਮੈਥੋਂ ਬਿਨਾ ਤੇਰੀ ਬੁਰੀ ਹਾਲਤ ਹੋ ਸਕਦੀ ਹੈ ਜਾਂ ਹੋ ਜਾਵੇਗੀ। ਫਿਰ ਤਾਂ ਤੈਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਹੈਗਾ। ਕੇਵਲ ਤੈਨੂੰ ਫਕੀਰ ਬਣਾਉਣ ਵਾਲੀ ਮੈਂ ਹਾਂ। ਮੈਂ ਗੋਦੜੀ ਬੋਲਦੀ ਹੈ। ਇਹ ਗੱਲ ਸੁਣ ਕੇ ਫਰੀਦ ਜੀ ਬੋਲੇ, ਮੇਰੇ ਬਿਨਾ ਤੇਰਾ ਵੀ ਕੋਈ ਲਾਗੂ ਨਹੀਂ ਹੈ। ਇੱਕ ਮੈਂ ਹੀ ਆ ਜੋ ਤੈਨੂੰ ਆਪਣੇ ਗਲ 'ਚ ਲਈ ਫਿਰਦਾ, ਲਟਕਾਈ ਫਿਰਦਾ ਜਾਂ ਗਲ ਨਾਲ ਲਾਈ ਫਿਰਦਾ। ਹੋਰ ਤਾਂ ਕੋਈ ਤੇਰੇ ਵੱਲ ਤੱਕਦਾ ਵੀ ਨਹੀਂ। ਇਹ ਪਰਸਪਰ ਕਾਫੀ ਤਕਰਾਰ ਵੱਧ ਗਿਆ। ਅਖੀਰ ਨੂੰ ਫਰੀਦ ਜੀ ਨੇ ਕਿਹਾ, ਚੰਗਾ ਫਿਰ ਮੈਂ ਦੇਖਦਾ ਹਾਂ ਤੇਰੇ ਬਿਨਾ ਮੈਨੂੰ ਸਰਦਾ ਹੈ ਜਾਂ ਨਹੀਂ। ਇਉਂ ਆਖ ਕੇ ਉਸ ਨੂੰ ਇੱਕ ਕੰਡਿਆਂ ਵਾਲੇ ਝਾੜ ਤੇ ਪਾਤਾ ਤੇ ਆਪ ਫਰੀਦਕੋਟ ਸ਼ਹਿਰ ਨੂੰ ਚਲਿਆ ਗਿਆ। ਅੱਗੋਂ ਇੱਕ ਪਠਾਨ ਦਾ ਮਕਾਨ ਬਣ ਰਿਹਾ ਸੀ। ਉਸ ਨੂੰ ਦੇਖ ਕੇ ਵੀ ਸ਼ਾਮ ਤੱਕ ਕੰਮ ਕਰਵਾਓ। ਇੱਕ ਫਕੀਰ ਦੇ ਚਿੰਨ੍ਹ ਤੋਂ ਬਿਨਾ, ਫਕੀਰੀ ਲਿਬਾਸ ਤੋਂ ਬਿਨਾ, ਫਕੀਰੀ ਬਾਣੇ ਤੋਂ ਬਿਨਾ ਸ਼ਾਮ ਤੱਕ ਪਠਾਨ ਨੇ ਉਹਨਾਂ ਨੂੰ ਇੱਟਾਂ ਤੇ ਗਾਰਾ ਢੋਣ ਲਈ ਲਾ ਰੱਖਿਆ। ਇਸ ਪਠਾਨ ਪ੍ਰਤੀ ਹੀ ਉਹਨਾਂ ਨੇ ਜਦੋਂ ਸ਼ਿਕਾਰ ਗਿਆ, ਘੋੜੇ ਤੋਂ ਡਿੱਗ ਕੇ ਰਕਾਬ ਵਿੱਚ ਪੈਰ ਫਸ ਕੇ ਮਰ ਗਿਆ। ਸ਼ਲੋਕ ਉਚਾਰਨ ਕੀਤਾ, ਫਰੀਦਾ ਪੰਨੀ ਘੜੇ 97
ਟੁੱਟੀ ਨਾਗਰ ਲੱਜ, ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇ ਅੱਜ। ਇਧਰ ਫਰੀਦ ਦੇ ਗਏ ਪਿੱਛੋਂ ਬਾਗੀ ਮੁੰਡਿਆਂ ਨੇ, ਆ ਜਿਹੜੇ ਬਾਹਰ ਮौज ਮਸਤੀਆਂ ਬਾਗਾਂ 'ਚ ਕਰਦੇ ਫਿਰਦੇ ਹੁੰਦੇ ਐ, ਬਾਗੀ ਮੁੰਡਿਆਂ ਨੇ ਉਸ ਗੋਦੜੀ ਨੂੰ ਝਾੜ ਤੋਂ ਲਾ ਲਿਆ, ਉਹਦੀ ਬਣਾ ਲਈ ਖੁੱਦੋ, ਲੱਗੇ ਖੁੰਡੀ ਨਾਲ ਕੁੱਟਣ। ਜਦੋਂ ਭੁੱਖਣ ਭਾਣੇ ਸ਼ਾਮ ਨੂੰ ਫਰੀਦ ਜੀ ਸ਼ਹਿਰੋਂ ਵਾਪਸ ਮੁੜੇ ਤਾਂ ਮੁੰਡਿਆਂ ਕੋਲੋਂ ਖੋ ਕੇ ਉਸ ਗੋਦੜੀ ਨੇ ਪੁੱਛਿਆ, ਮੈਥੋਂ ਵਿਛੜ ਕੇ ਅੱਜ ਤੇਰੇ ਨਾਲ ਕੀ ਬੀਤੇ? ਉਸਨੇ ਉੱਤਰ ਦੇ ਦਿੱਤਾ, ਜਿਸ ਤਰ੍ਹਾਂ ਦਿਨ ਭਰ ਮੈਥੋਂ ਵੱਖ ਹੋ ਕੇ ਤੇਰੇ ਨਾਲ ਬੀਤੀ ਫਰੀਦਾ। ਇਹ ਗੱਲ ਸੁਣ ਕੇ ਫਰੀਦ ਜੀ ਚੁੱਪ ਹੋ ਗਏ ਤੇ ਮਨ ਵਿੱਚ ਨਿਸ਼ਚਾ ਧਾਰਨ ਕੀਤਾ ਕਿ ਫਕੀਰੀ ਬਾਣੇ ਤੋਂ ਬਿਨਾ, ਫਕੀਰੀ ਲਿਬਾਸ ਤੋਂ ਬਿਨਾ ਸਾਧੂ ਦਾ ਸਤਿਕਾਰ ਨਹੀਂ ਹੈ। ਫਕੀਰ ਦਾ ਫਕੀਰੀ ਬਾਣਾ ਧਾਰਨ ਕਰਨਾ, ਸਾਧੂਆਂ ਦਾ ਸਾਧੂ ਬਾਣਾ ਧਾਰਨ ਕਰਨਾ ਅਤਿਅੰਤ ਜ਼ਰੂਰੀ ਹੈ। ਮਿਹਰਬਾਨ ਦੇ ਮੇਰਾ ਪਰੇ ਬਚਨ ਸੁਣ ਕੇ ਬਾਬਾ ਸ਼੍ਰੀਮਾਨ ਨੇ ਉਸ ਦਿਨ ਤੋਂ ਬਾਅਦ ਗੁਰੂ ਕੇ ਲੰਗਰ ਵਿੱਚੋਂ ਕਿਸੇ ਭੁੱਖੇ ਨੂੰ ਨਹੀਂ ਮੁੜਨ ਦਿੱਤਾ। ਹਜ਼ੂਰ ਨੇ ਕਿਹਾ, ਫਰੀਦ ਜੀ ਦਾ ਇਹ ਸ਼ਲੋਕ ਵੀ ਇਹੋ ਹੀ ਭਾਵ ਦਰਸਾਉਂਦਾ ਹੈ। ਮਿੱਠਾ ਬੋਲੇ ਨਿਵ ਚੱਲੈ, ਹੱਥੋਂ ਪੀ ਕੁਛ ਦੇ। ਫਰੀਦਾ ਰੱਬ ਤਿੰਨਾਂ ਦੀ ਬੁੱਕਲੀ ਜੰਗਲ ਕਿਆ ਢੂੰਡੇ। ਸਾਧੂ ਵਾਸਤੇ ਵੀ ਸੰਤੋਖ ਧਾਰਨਾ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਗੋ ਤਨ, ਗਜ ਤਨ, ਬਾਜ ਧਨ, ਔਰ ਰਤਨ ਤਨ ਖਾਨ, ਜਬ ਆਵੈ ਸੰਤੋਖ ਧਨ, ਸਭ ਕੀ ਧੂੜ ਸਮਾਨ। ਕਿਉਂਕਿ ਸਾਧੂ ਨੂੰ ਪ੍ਰੇਮ ਨਾਲ ਬੁਲਾਇਆ ਹੀ ਉਹਦੇ ਮਨ ਦੀ ਪ੍ਰਸੰਨਤਾ ਲੈਣੀ ਹੈ। ਹੱਸ ਬੋਲੇ ਆਦਰ ਕਰੇ, ਆਵਤ ਦੇਖ ਅਤੀਤ, ਤੁਲਸੀ ਤਾਹਾਂ ਪਛਾਨੀਐ, ਪਰਮੇਸ਼ਰ ਕੀ ਰੀਤ। ਅਸਲੀ ਸਾਧੂ ਪ੍ਰੇਮ ਦਾ ਭੁੱਖਾ ਹੁੰਦਾ, ਰੋਟੀਆਂ ਦਾ ਨਹੀਂ, ਭੋਜਨ ਦਾ ਨਹੀਂ। ਸਾਧੂ ਭੁੱਖੇ ਭਾਵ ਕੇ, ਭੋਜਨ ਭੁੱਖੇ ਨਾਹੀਂ। ਭੋਜਨ ਭੁੱਖੇ ਜੋ ਫਿਰੇ, ਤੇ ਤੋ ਸਾਧੂ ਨਾਹੀਂ। ਜਿਵੇਂ ਹੁਣ ਸਾਧੂ ਮਾਡਰਨ ਸਾਧੂ ਨੇ, ਕੋਈ ਪੀਜ਼ਾ ਖਾਂਦਾ ਹੈ, ਕੋਈ 버ਗਰ ਖਾਂਦਾ ਹੈ, ਕੋਈ ਭਾਂਤ ਭਾਂਤ ਦੀਆਂ ਮੁੱਲ ਦੀਆਂ ਵਸਤੂਆਂ ਖਾਂਦਾ ਹੈ, ਜਗਲੇ ਵਿੱਚ ਖਿਲਾਉਣ ਦੀ ਛਕਾਉਣ ਦੀ ਸਮਰੱਥਾ ਨਾ ਹੋਵੇ ਭਾਈ, ਫਿਰ ਤੇ ਸਾਧੂ ਕਰ ਦੇਵੇ ਵੱਡਾ ਵੱਡਾ ਆਰਡਰ, ਇਹ ਤਾਂ ਫਿਰ ਬੁਰੀ ਬਾਤ ਹੋ ਗਈ ਨਾ। ਇੱਥੇ ਦੱਸ ਦੇਗਨ, ਸਾਧੂ ਭੁੱਖੇ ਭਾਵ ਕੇ, ਭਾਵ ਮੈਨੇ ਪ੍ਰੇਮ, ਭੋਜਨ ਭੁੱਖੇ ਨਾ ਹੈ। ਸਾਧੂ ਤਾਂ 6-6 ਮਹੀਨੇ ਭੋਜਨ ਹੀ ਨਹੀਂ ਛਕਦੇ। ਭੋਜਨ ਭੁੱਖੇ ਜੋ ਫਿਰੇ, ਜਿਹੜੇ ਰੋਟੀਆਂ ਦੇ ਭੁੱਖੇ ਤੁਰੇ ਫਿਰਦੇ ਆ, ਮੰਗ ਮੰਗ ਕੇ ਖਾਂਦੇ ਆ ਜੀਵ ਦੇ ਸਵਾਦ ਵਾਸਤੇ, ਰਸਾਂ ਵਾਸਤੇ, ਤੇ ਤੋ ਸਾਧੂ ਨਾ ਹੈ। ਉਹ ਸਾਧੂ ਨਹੀਂ ਹੈ, ਉਹ ਜੀਵ ਦੇ ਸਵਾਦ ਵਾਸਤੇ ਤੁਰਿਆ ਫਿਰਦਾ। ਸਾਧ ਸੰਗਤ ਕਈ ਵਾਰ ਕਹਿੰਦੇ ਨੇ, ਬਾਬਾ ਜੀ ਕੀ ਛਕੋਗੇ? ਤੇ ਜਿਹੜੇ ਮਾਡਰਨ ਬਾਬੇ ਨੇ ਉਹ ਕਹਿ ਦਿੰਦੇ ਨੇ, ਆਉਣ ਦੇ ਮਾਈ ਸਣੇ ਮਲਾਈ, ਕੀ ਲੈਣਾ ਸਾਧਾਂ ਨੇ ਸਵਾਦਾਂ ਤੋਂ। ਸਾਧ ਸੰਗਤ ਜੀ ਇਸ ਕਰਕੇ ਅਸੀਂ ਉਸ ਪਾਸੇ ਨਹੀਂ ਚੱਲਣਾ ਜਿਹੜੀਆਂ ਵਿਵਰਜਿਤ ਵਸਤੂਆਂ ਹਨ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਹਜ਼ੂਰ ਦੀ ਆਗਿਆ ਅਨੁਸਾਰ ਆਪਣਾ ਜੀਵਨ ਸਫਲਾ ਕਰਨ ਵਾਸਤੇ ਮੌਨ ਧਾਰਨ ਕੀਤਾ ਸੀ, ਕਦੇ ਕਦੇ ਉਹ ਆਪ ਉਹਨਾਂ ਸਾਰਿਆਂ ਨੂੰ ਪਾਸ ਬੁਲਾ ਕੇ ਇਕਾਂਤ ਅਸਥਾਨ ਵਿੱਚ ਇਸ ਪ੍ਰਕਾਰ ਉਪਦੇਸ਼ ਬਖਸ਼ਿਆ ਕਰਦੇ। ਆਪਣੇ ਮਨ ਦਾ ਕਦੇ ਵੀ ਸੁਣੋ ਧਿਆਨ ਨਾਲ ਭਾਈ ਸੰਗਤੇ, ਇਹ ਆਪਣੇ ਸਾਰਿਆਂ ਦੇ ਵਿਚਾਰਨ ਯੋਗ ਪ੍ਰਵਚਨ ਨੇ। ਆਪਣੇ ਮਨ ਦਾ ਕਦੇ ਵਿਸਾਹ ਨਾ ਕਰੋ। ਕਈ ਵਾਰ ਤੁਸੀਂ ਕਿਸੇ ਦੀਆਂ ਗਰੰਟੀਆਂ ਲੈਂਦੇ ਹੋ ਨਾ, ਜ਼ਿੰਮੇਵਾਰੀਆਂ ਲੈਂਦੇ ਹੋ, ਕਈ ਲੋਕ ਬੈਂਕਾਂ ਤੋਂ ਲੋਨ ਲੈਂਦੇ ਆ, ਤੁਸੀਂ ਉਹਦੀ ਗਰੰਟੀ ਭਰ ਦਿੰਦੇ ਹੋ ਕਿ ਮੈਂ ਇਹਦਾ ਗਰੰਟਡ ਹਾਂ, ਉਹ ਮੁੱਕਰ ਜਾਂਦਾ, ਪੈਸਾ ਤੁਸੀਂ ਭਰਦੇ ਹੋ। ਅਗਲੇ ਦੇ ਮਨ ਦੀ ਤਾਂ ਹੋਰ ਗੱਲ, ਅੱਜ ਕੱਲ ਤਾਂ ਆਪ ਦੇ ਮਨ ਤੇ ਕੋਈ ਭਰੋਸਾ ਨਹੀਂ ਹੈਗਾ। ਇਸ ਕਰਕੇ ਇਹ ਮਹਾਰਾਜ ਜੀ ਦੇ ਬਚਨ ਨੇ, ਆਪਣੇ ਮਨ ਦਾ ਕਦੇ ਵੀ ਵਿਸਾਹ ਨਾ ਕਰੋ। ਇਹ ਸ਼ੁਭ ਗੁਣਾਂ ਦੇ ਧਨ ਨੂੰ ਲੁੱਟਣ ਵਾਲਾ ਮਹਾਨ ਚੋਰ ਹੈ, ਸਾਡੇ ਚੰਗੇ ਗੁਣ ਲੁੱਟ ਲੈਂਦਾ ਹੈ। ਜਿਵੇਂ ਦਾਦੂ ਜੀ ਕਥਨ ਕਰਦੀ ਹੈ, ਇਹ ਮਨ ਬੁੱਕਲ ਦੇ ਸੱਪ ਦੇ ਸਮਾਨ ਹੈ, ਦਾ ਵਿਸਾਹ ਨਾ ਕਰੋ। ਆ ਸੁਣਿਓ ਜਰਾ ਧਿਆਨ ਨਾਲ। ਦਾਦੋ ਇਹ ਮਨ ਸਰਪ ਹੈ, ਬਸਤਾ ਹਿਰਦੇ ਮਾਹੇ,
इनके काटन ते अगे तुम क्यों काटत नाहे। भगत कबीर जी इस मन चोर नूं की दसदे है। कबीर मन चोर है भली वस्त ले जागे, सूते को जय लूट ले, जागृत ते डर पागे। मौत नूं सदा चेते रखो, ਇਹਨੂੰ ਕਦੇ ਨਾ ਭੁੱਲੋ। ਤੀਜਾ ਵਚਨ ਹੈ, ਇਹ ਦੂਜਾ ਸੀ ਜਿਹੜਾ ਅਸੀਂ ਦੱਸਿਆ। ਤੀਜਾ ਵਚਨ ਹੈ, ਜਗਿਆਸੂ ਸਦਾ ਪਰਮੇਸ਼ਰ ਨੂੰ ਪਾਲਣ ਵਾਲੀ ਕਿਰਿਆ ਕਰੇ, ਉਹਦੇ ਹੁਕਮ ਤੋਂ ਉਲਟ ਨਾ ਚੱਲੇ, ਉਹਦੇ ਭੈ ਤੇ ਉਹਦੀ ਰਜ਼ਾ ਦੇ ਵਿੱਚ ਪ੍ਰਸੰਨ ਰਵੇ। ਪਰਮੇਸ਼ਰ ਨੂੰ ਅੰਤਰਯਾਮੀ ਸਦਾ ਆਪਣੇ ਅੰਗ ਸੰਗ ਜਾਣੇ ਅਤੇ ਮਨ ਵਿੱਚ ਇਹ ਨਿਸ਼ਚਾ ਹੋਵੇ ਕਿ ਜੋ ਵੀ ਕੰਮ ਮੈਂ ਕਰਦਾ ਪਰਮੇਸ਼ਰ ਉਹਨੂੰ ਦੇਖਦਾ ਹੈ। ਦ੍ਰਿਸ਼ਟਮਾਨ ਪਦਾਰਥਾਂ ਨਾਲ ਮੋਹ ਨਾ ਕਰੇ, ਇਹਨਾਂ ਨੂੰ ਨਾਸ਼ਵੰਤ ਕਰਕੇ ਨਿਸ਼ਚੈ ਜਾਣ ਲਵੇ ਕਿ ਇਹ ਨਾਸ਼ਵੰਤ ਹਨ। ਈਸ਼ਵਰ ਦਾ ਚਿੰਤਨ ਕਰੇ। ਛੇਵਾਂ ਵਚਨ ਹੈ, ਜਗਿਆਸੂ ਸੁੱਖਾਂ ਨਾਲੋਂ ਦੁੱਖਾਂ ਨੂੰ ਚੰਗੇ ਸਮਝੇ। ਸੁੱਖਾਂ ਨਾਲੋਂ ਦੁੱਖਾਂ ਨੂੰ ਚੰਗੇ ਸਮਝੇ, ਕਿਉਂਕਿ ਦੁੱਖ ਵਿੱਚ ਜੀਵ ਨੂੰ ਵਾਹਿਗੁਰੂ ਭਗਵਾਨ ਪਰਮੇਸ਼ਰ ਰੱਬ ਚੇਤੇ ਆਉਂਦਾ ਹੈ ਅਤੇ ਸੁੱਖਾਂ ਦੇ ਵਿੱਚ ਭੁੱਲ ਜਾਂਦਾ ਹੈ। 7ਵੇਂ ਨੰਬਰ ਤੇ ਹੈ, 35 ਅੱਖਰਾਂ ਵਿੱਚੋਂ ਸੱਸੇ ਅੱਖਰ ਦਾ ਉਪਦੇਸ਼ ਧਾਰਨ ਕਰ ਲਵੇ। ਕਿਵੇਂ ਭਾਈ? ਪਹਿਲਾ ਸੱਸਾ ਹੈ ਸੱਚ ਬੋਲਣਾ, ਫਿਰ ਸੰਤੋਖ ਰੱਖਣਾ, ਇੰਗਲਿਸ਼ ਵਾਲਾ ਕਹਿੰਦਾ ਕੰਟੈਂਟਮੈਂਟ, ਸੰਤੋਖ ਰੱਖਣਾ। ਫਿਰ ਹੈ ਸੱਸਾ ਸੇਵਾ ਕਰਨੀ, फिर सस्सा सिमरन करना, फिर सस्सा सुमति धारना, फिर सस्सा साधु की संगत करनी, फिर सस्सा सहनशीलता विच रहना, फिर सस्सा शरधा धारण करनी वेदां दे वचनां ते, गुरुआं दे वचनां ते, साधु संत महापुरुषां दे वचनां ते। फिर सस्सा है शरण आए दी रखिया करनी, फिर सस्सा है सबर ते शुक्र होना। ਸਭ ਤੋਂ ਵੱਡਾ ਗੁਣ ਸਬਰ ਤੇ ਸ਼ੁਕਰ ਦਾ ਹੈ। ਭਾਵ ਜਗਿਆਸੂ ਵਿੱਚ 4 ਤਰ੍ਹਾਂ ਦੀ ਧੀਰਜਤਾ ਹੁੰਦੀ ਹੈ। 4 ਕਿਹੜੀ ਕਿਹੜੀ? ਕ੍ਰੋਧ ਕਰਨ ਵਾਲੇ ਨਾਲ ਕ੍ਰੋਧ ਨਾ ਕਰੇ, ਸੁਣੋ ਧਿਆਨ ਨਾਲ, ਨਾ ਸਰੀਰ ਕਰਕੇ ਮਾਰੇ, ਨਾ ਮਨ ਕਰਕੇ ਉਹਦਾ ਬੁਰਾ ਚਿਤਵੇ। ਦੂਜਾ ਹੁੰਦਾ ਹੈ ਜਗਿਆਸੂ ਮਾਣ ਅਪਮਾਨ ਵਿੱਚ ਆਪਣੇ ਹਿਰਦੇ ਨੂੰ ਇੱਕ ਸਮਾਨ ਰੱਖੇ, ਆਦਰ ਹੋਣ ਸਮੇਂ ਫੁੱਲ ਕੇ ਨਾ ਬੈਠ ਜਾਵੇ, ਨਿਰਾਦਰੀ ਵਿੱਚ ਘਬਰਾ ਨਾ ਜਾਵੇ। ਅਗਲਾ ਹੈ ਸਾਧਨਾ ਨੂੰ ਕਰਦਾ ਹੋਇਆ ਕਦੇ ਕਾਲਾ ਪੈ ਕੇ ਪਰਮੇਸ਼ਰ ਨੂੰ ਉਲਾਂਭੇ ਨਾ ਦੇਵੇ ਕਿ ਮੈਂ ਇੰਨਾ ਚਿਰ ਹੋ ਗਿਆ ਪਾਠ ਕਰਦੇ ਨੂੰ, ਇੰਨਾ ਚਿਰ ਹੋ ਗਿਆ ਤਪ ਕਰਦੇ ਨੂੰ, ਹਜੇ ਤੱਕ ਮੈਨੂੰ ਵਾਹਿਗੁਰੂ ਦਾ ਦਰਸ਼ਨ ਹੀ ਨਹੀਂ ਹੋਇਆ, ਮੇਰੀਆਂ ਮਨੋਕਾਮਨਾ ਪੂਰੀਆਂ ਨਹੀਂ ਹੋਈਆਂ, ਕੀ ਫਾਇਦਾ ਮੈਨੂੰ ਪਾਠ ਕਰਨ ਦਾ। ऐसे बहुते हुंदे हन। उल्लाहनों में काहू न दियो, मन मेट तोहारो कियो। अगला वचन है, जिस समय किसी का सच्चा वचन सुने, चाहे वह मित्र दा है चाहे दुश्मन दा है, अपने अनुकूल है ਜਾਂ उल्ट है, पर उसनों यथार्थ करके मन लवे, हठ ना करे, जिद ना करे। इस प्रकार की नीति नाल मन नूं जितना हुंदा है। ਜਿਵੇਂ ਕਿਸੇ ਬ੍ਰਾਹਮਣ ਨੇ ਪ੍ਰਦੇਸ਼ ਵਿੱਚ ਜਾ ਕੇ ਬਹੁਤ ਸਾਰੀ ਵਿਦਿਆ ਪੜ੍ਹੀ, ਵਿਦਿਆ ਪੜ੍ਹ ਕੇ ਕਥਾ ਵਾਰਤਾ ਦੁਆਰਾ ਬੜਾ ਧਨ ਕਮਾਇਆ। ਜਦੋਂ ਉਹ ਆਪਣੇ ਦੇਸ਼ ਨੂੰ ਵਾਪਸ ਆ ਰਿਹਾ ਸੀ ਤਾਂ ਉਹਦੇ ਪਾਸ ਧਨ ਦੇਖ ਕੇ 3 ਚੋਰ ਮਗਰ ਲੱਗ ਗਏ, ਜਿਨ੍ਹਾਂ ਵਿੱਚੋਂ ਇੱਕ ਚੰਡਾਲ ਹੈ, ਇੱਕ ਜੱਟ ਹੈ, ਇੱਕ ਬ੍ਰਾਹਮਣ ਹੈ। ਤਿੰਨੇ ਜਣੇ ਸੰਘਣੇ ਜੰਗਲ ਵਿੱਚ ਬ੍ਰਾਹਮਣ ਨੂੰ ਲੁੱਟਣ ਲੱਗੇ ਤਾਂ ਉਸ ਨੂੰ ਆਪਣੇ ਬਚਾਓ ਦਾ ਇੱਕ ਉਪਾਅ ਸੁਝਿਆ। ਜੱਟ ਤੇ ਬ੍ਰਾਹਮਣ ਨੂੰ ਅੱਡ ਕਰਕੇ ਆਖਣ ਲੱਗਾ ਕਿ ਦੇਖ, ਤੂੰ ਮੇਰਾ ਜਾਤ ਭਾਈ ਹੈ, ਇਹ ਸਰਦਾਰ ਮੇਰੇ ਜਜਮਾਨ ਹਨ, ਪਰ ਤੁਸੀਂ ਉਸ ਚੰਡਾਲ ਨੂੰ ਕਿਉਂ ਧਨ ਦੇਣ ਨੂੰ ਫਿਰਦੇ ਹੋ? ਚਲੋ ਦੋਵੇਂ ਰਲ ਕੇ ਵੰਡ ਲਵੋ, ਮੈਨੂੰ ਬੇਸ਼ੱਕ ਕੁਛ ਵੀ ਨਾ ਦਿਓ। ਇਹ ਸੁਣ ਕੇ ਦੋਨਾਂ ਨੇ ਚੰਡਾਲ ਨੂੰ ਆਪਣੇ ਨਾਲੋਂ ਅੱਡ ਕਰ ਦਿੱਤਾ ਕਿ ਇਹ ਤਾਂ ਸਾਡਾ ਵਾਕਫ ਨਿਕਲ ਆਇਆ ਹੈ, ਇਹਨੂੰ ਅਸੀਂ ਇਸ ਨੂੰ ਨਹੀਂ ਲੁੱਟਣਾ।
ਫਿਰ ਅੱਗੇ ਜਾ ਕੇ ਉਸਨੇ ਜੱਟ ਨਾਲੋਂ ਬਾਹਮਣ ਨੂੰ ਪਾੜ ਲਿਆ। ਕਹਿਣ ਲੱਗਿਆ, ਬ੍ਰਾਹਮਣ ਦਾ ਧਨ ਜੱਟ ਨੂੰ ਕਿਉਂ ਜਾਵੇ, ਤੂੰ ਮੈਨੂੰ ਥੋੜਾ ਦੇ ਦੇ। ਪਰ ਇਹ ਜੱਟ ਆਪਣਾ ਕੀ ਲੱਗਦਾ ਹੈ। ਇਹ ਚੋਰ ਬ੍ਰਾਹਮਣ ਨੇ ਆਪਣੇ ਨਾਲੋਂ ਜੱਟ ਨੂੰ, ਜਿਹੜਾ ਚੋਰ ਜੱਟ ਸੀ, ਉਹਨੂੰ ਨਖੇੜ ਦਿੱਤਾ। ਇਹ ਤਾਂ ਸਾਡਾ ਰਿਸ਼ਤੇਦਾਰ ਹੀ ਨਿਕਲ ਆਇਆ ਹੈ, ਮੈਂ ਇਸ ਨੂੰ ਨਾਲ ਲੈ ਕੇ ਘਰ ਤੱਕ ਜਾਵਾਂਗਾ। ਜਦੋਂ ਇਕੱਲਾ ਹੀ ਬ੍ਰਾਹਮਣ ਚੋਰ ਰਹਿ ਗਿਆ ਤਾਂ ਉਹ ਬ੍ਰਾਹਮਣ ਪਾਸੋਂ ਧਨ ਮੰਗਣ ਲੱਗਾ। ਤਾਂ ਉਸ ਨੂੰ ਗੱਲਾਂ ਬਾਤਾਂ ਨਾਲ ਪਰਚਾਉਂਦਿਆਂ ਜਦੋਂ ਜੰਗਲ ਤੋਂ ਬਾਹਰ ਆ ਕੇ ਪਿੰਡ ਦੇ ਕੋਲ ਪੁੱਜਾ ਤਾਂ ਹੌਸਲੇ ਨਾਲ ਨੰਬਰਦਾਰ ਪਾਸ ਜਾ ਕੇ ਸ਼ਿਕਾਇਤ ਕਰ ਦਿੱਤੀ ਤੇ ਉਸ ਨੂੰ ਪਕੜਾਉਣ ਦਾ ਡਰਾਵਾ ਵੀ ਦੇ ਦਿੱਤਾ ਅਤੇ ਨਾਲ ਹੀ ਚੋਰ ਚੋਰ ਆਖ ਕੇ ਰੌਲਾ ਪਾ ਦਿੱਤਾ। ਉਸ ਸਮੇਂ ਉਹ ਡਰਦਾ ਹੋਇਆ ਬ੍ਰਾਹਮਣ ਚੋਰ ਵੀ ਭੱਜ ਗਿਆ। ਇਉਂ ਇਸ ਨੇ ਆਪਣਾ ਸਾਰਾ ਧਨ ਬਚਾ ਲਿਆ। ਇਸੇ ਤਰ੍ਹਾਂ ਇਹ ਜੀਵ ਵੀ ਬ੍ਰਹਮ ਦੀ ਅੰਸ਼ ਵਿੱਚੋਂ ਹੋਣ ਕਰਕੇ ਬ੍ਰਾਹਮਣ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨ ਮੰਸ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਤ ਕਹਿ ਹਮਾਰੇ। ਇਸ ਦੇ ਮਗਰ ਹੀ ਸਤੋ ਰਜੋ ਤਮੋ ਇਹ ਤਿੰਨੇ ਗੁਣ ਚੋਰ ਲੱਗੇ ਹੋਏ ਹਨ, ਜੋ ਹਮੇਸ਼ਾ ਇਸ ਪਾਸੋਂ ਸ਼ੁਭ ਗੁਣਾਂ ਦਾ ਧਨ ਖੋ ਹੀ ਜਾਂਦੇ ਹਨ। ਸਤੋ ਗੁਣ ਬ੍ਰਾਹਮਣ, ਰਜੋ ਗੁਣ ਜੱਟ, ਤਮੋ ਗੁਣ ਚੰਡਾਲ ਹੈ। ਸੰਸਾਰ ਇੱਕ ਸੰਘਣਾ ਜੰਗਲ ਹੈ ਜਿਸ ਵਿੱਚ ਆਤਮ ਧਨ ਲੈ ਕੇ ਜੀਵ ਸਫਰ ਕਰੇਗਾ ਹੈ। ਜਦ ਤੱਕ ਇਹ ਤਿੰਨੇ ਚੋਰ ਪਰਵਲ ਹਨ ਤਦ ਤੱਕ ਇਹ ਜੀਵ ਸਹੀ ਸਲਾਮਤ ਆਪਣੇ ਸਰੂਪ ਰੂਪੀ ਘਰ ਵਿੱਚ ਨਹੀਂ ਜਾ ਸਕਦਾ। ਉਦਿਆਨ ਵਸਨੰ ਸੰਸਾਰੰ ਸੰਬੰਧੀ ਸੁਆਨ ਸਿਆਲ ਖਰੈ, ਵਿਕਮ ਸਥਾਨ ਮਨ ਮੋਹ ਮਦਰਿਯੰ ਮਹਾ ਅਸਾਧ ਪੰਚ ਤਸਕਰੈ। ਸਤਿਗੁਰੂ ਦੀ ਸ਼ੁਭ ਸਿੱਖਿਆ ਲੈ ਕੇ ਇਸ ਨੇ ਸੋਚਿਆ ਕਿ ਮੈਂ ਇਹਨਾਂ ਤਿੰਨਾਂ ਗੁਣਾਂ ਤੋਂ ਕਿਵੇਂ ਛੁਟਕਾਰਾ ਪਾਵਾਂ। ਪਹਿਲਾ ਰਜੋ ਸਤੋ ਤੇ ਰਜੂ ਦਾ ਆਸਰਾ ਲੈ ਕੇ ਤਮੋ ਗੁਣ ਨੂੰ ਜਿੱਤਿਆ, ਭਾਵ ਦਾ ਤਿਆਗ ਕਰਨਾ ਕੀਤਾ। ਤਮੋ ਗੁਣ ਦੇ ਦੂਰ ਹੋਇਆ ਫਿਰ ਇਸ ਨੂੰ ਰਜੋ ਦਾ ਦੁੱਖ ਜਾਪਿਆ। ਰਸ ਸੋਏ ਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ। ਰਸ ਕੋੜੇ ਰਸ ਸੇ ਜਾ ਮੰਦਰ, ਰਸ ਮੀਠਾ ਰਸ ਮਾਸ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਜਦੋਂ ਅੰਦਰ ਇਤਨੇ ਰਸਾਂ ਦੇ ਭੋਗਣ ਦੀ ਇੱਛਾ ਬਣੀ ਹੈ ਫਿਰ ਸਤੋ ਨੂੰ ਕਿਵੇਂ ਹਿੱਸਾ ਮਿਲ ਸਕਦਾ ਹੈ। ਇਉਂ ਦੁਖਦਾਈ ਮੰਨ ਕੇ ਹੌਲੇ ਹੌਲੇ ਸਤੋ ਦੇ ਆਸਰੇ ਰਜੋ ਦਾ ਵੀ ਤਿਆਗ ਕਰ ਦਿੱਤਾ ਤਾਂ ਮਨ ਨੂੰ ਹੋਰ ਵੀ ਸੁਖ ਪ੍ਰਤੀਤ ਹੋਣ ਲੱਗਾ। ਇਸ ਨੇ ਸਰਾਪ ਰੂਪੀ ਪਿੰਡ ਚ ਨੇੜੇ ਪਹੁੰਚ ਕੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਓ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਕੋ ਦੀਆ। ਫਿਰ ਹੌਸਲਾ ਕਰਕੇ ਸਾਧ ਸੰਗਤ ਵਿੱਚ ਪਹੁੰਚ ਕੇ ਪੁਕਾਰ ਕੀਤੀ, ਸੰਤੋ ਕਰੋ ਪਰਮਗਤ ਮੋਰੀ, ਰਾਖੋ ਸ਼ਰਨ ਅਨਾਥ ਦੀਨ, ਕਰੋ ਹਮਾਰੀ ਗਾਤੇ। ਮਹਾਪੁਰਖਾਂ ਨੇ ਕਿਰਪਾ ਕੀਤੀ ਤਾਂ ਸਤੋ ਦਾ ਵੀ ਅਭਾਵ ਹੋ ਗਿਆ ਅਤੇ ਨਿਰੋਲ ਆਪਣੇ ਸਰੂਪ ਵਿੱਚ ਸਥਿਤ ਹੋ ਗਿਆ। ਅੰਤਰ ਚਤਰਤ ਗੁਣ ਗੰਪਤਾ, ਕਹਿ ਪੰਜ ਸਤ ਲੰਗ ਪਰਮ ਤਤਵਾਸੀ ਕਹਿ। ਦਿਨ ਸਨਰੈਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰਾ। ਇਉਂ ਇਹ ਜੀਵ ਤਿੰਨਾਂ ਗੁਣਾਂ ਤੋਂ ਛੁਟਕਾਰਾ ਪਾ ਕੇ ਆਪਣੇ ਸਰੂਪ ਵਿੱਚ ਲੀਨ ਰਹਿੰਦਾ ਹੈ। ਹੁਣ ਮਹਾਪੁਰਸ਼ ਦੱਸਦੇ ਨੇ ਕਿ ਮਨ ਕੀ ਹੈ। ਹਜ਼ੂਰ ਦੀ ਹਜ਼ੂਰੀ ਵਿੱਚ ਭਜਨ ਸਿਮਰਨ ਦਾ ਸ਼ੌਕ ਰੱਖਣ ਵਾਲੇ ਕੁਝ ਕੁ ਪ੍ਰੇਮੀਆਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਮਨ ਦਾ ਸਰੂਪ ਕੀ ਹੈ।
ਇਹ ਕਿਵੇਂ ਵਸ ਵਿੱਚ ਆਉਂਦਾ ਹੈ? ਇਸ ਨੂੰ ਮਨ ਵਿੱਚ ਕਿੱਦਾਂ ਕੀਤਾ, ਇਸ ਮਨ ਨੂੰ ਵਸ ਵਿੱਚ ਕਿੱਦਾਂ ਕੀਤਾ ਜਾ ਸਕਦਾ ਹੈ? ਆਪ ਜੀ ਨੇ ਉੱਤਰ ਦਿੱਤਾ, ਮਨ ਇੱਕ ਬੜਾ ਭਾਰਾ ਕਾਰਖਾਨਾ ਹੈ। ਇੱਥੇ ਹਰ ਵੇਲੇ ਸੰਕਲਪਾਂ ਵਿਕਲਪਾਂ ਦੀ ਕਪਾਹ ਵੇਲੀ ਜਾਂਦੀ ਹੈ, ਫੁਰਨਿਆਂ ਦੀ ਰੂਹ ਕੱਤੀ ਜਾਂਦੀ ਹੈ, ਫੁਰਨਿਆਂ ਦਾ ਕੱਪੜਾ ਉਣਿਆ ਜਾਂਦਾ ਹੈ, ਫੁਰਨੇ ਨਾਲ ਹੀ ਕੱਟਿਆ ਤੇ ਸੀਤਾ ਜਾਂਦਾ ਹੈ। ਮਨ ਇਤਨਾ ਸੂਖਸ਼ਮ ਹੈ ਕਿ ਕਿਸੇ ਚੀਜ਼ ਨਾਲ ਇਸ ਨੂੰ ਵੇਖਿਆ ਹੀ ਨਹੀਂ ਜਾ ਸਕਦਾ। ਜੇ ਮਨ ਚਾਹੇ ਤਾਂ ਇਹ ਪਰਵਤਾਂ ਤੋਂ ਵੀ ਭਾਰਾ ਹੋ ਸਕਦਾ ਹੈ ਅਤੇ ਇਸ ਨੂੰ ਕੋਈ ਵੀ ਚੁੱਕ ਨਹੀਂ ਸਕਦਾ। ਇਸ ਸੰਸਾਰ ਵਿੱਚ ਮਨ ਨਾਲੋਂ ਹੋਰ ਚੀਜ਼ ਪਵਿੱਤਰ ਨਹੀਂ। ਇਹ ਗੰਗਾ ਦੇ ਪਾਣੀ ਵਾਂਗ ਵੀ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਸਾਧੂ ਦੀ ਸੰਗਤ ਦੁਆਰਾ ਜਦੋਂ ਮਨ ਸਾਫ਼ ਤੇ ਨਿਰਮਲ ਹੋ ਜਾਂਦਾ ਹੈ, ਫਿਰ ਇਸ ਵਿੱਚੋਂ ਸ਼ੀਸ਼ੇ ਵਾਂਗੂ ਸਾਰੀ ਦੁਨੀਆ ਦਿਸਣ ਲੱਗ ਪੈਂਦੀ ਹੈ। ਇਹ ਮਨ ਹੀ ਸ਼ਿਵ ਹੈ, ਮਨ ਹੀ ਸ਼ਕਤੀ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਮਨ ਸਾਰੀਆਂ ਸ਼ਕਤੀਆਂ ਦਾ ਭੰਡਾਰਾ ਹੈ। ਮਨ ਨਾਲੋਂ ਵੱਡੀ ਹੋਰ ਕੋਈ ਸ਼ਕਤੀ ਨਹੀਂ ਹੈ। ਇਹ ਅਰੂਪ ਵੀ ਹੈ, ਰੂਪਵਾਨ ਵੀ ਹੈ। ਇਹ ਗਰਮ ਵੀ ਹੈ, ਠੰਡਾ ਵੀ ਹੈ। ਇਹ ਹੋਛਾ ਵੀ ਹੈ, ਗੰਭੀਰ ਵੀ ਹੈ। ਇਹ ਸ਼ਹਿਦ ਨਾਲੋਂ ਮਿੱਠਾ ਵੀ ਹੈ, ਤੁਮੇ ਵਾਂਗੂ ਕੌੜਾ ਵੀ ਹੈ। ਇਹ ਮਨ ਉੱਚਾ ਵੀ ਹੈ, ਨੀਵਾਂ ਵੀ ਹੈ। ਇਹ ਮਨ ਬਹਾਦਰ ਵੀ ਹੈ, ਇਹ ਮਨ ਬੁਜਦਲ ਵੀ ਹੈ। ਇਹ ਮਨ ਤਿੱਖਾ ਵੀ ਹੈ, ਤਿੱਖਾ ਵੀ ਹੈ। ਇਹ ਮਨ ਖੁੰਡਾ ਵੀ ਹੈ। ਇਹ ਮਨ ਜੇਤੂ ਵੀ ਹੈ, ਹਾਰਦਾ ਵੀ ਹੈ। ਇਹ ਮਨ ਸਿਫਤ ਸਲਾਹ ਵੀ ਕਰਦਾ ਤੇ ਨਿੰਦਕ ਵੀ ਹੈ। ਇਹ ਮਨ ਗੁਣ ਗਾਹਕ ਵੀ ਹੈ ਅਤੇ ਦੁੱਧ ਨਾਲ ਭਰੇ ਹੋਏ ਹਵਾਨੇ ਵਿੱਚੋਂ ਲਹੂ ਚੂਸਣ ਵਾਲਾ ਚਿੱਚੜ ਵੀ ਹੈ। ਇਹ ਮਨ ਸਰਪ ਹੈ ਅਤੇ ਸਰੀਰ ਰੂਪੀ ਬਰਮੀ ਵਿੱਚ ਇਹਦਾ ਵਾਸਾ ਹੈ। ਫੁਰਨਿਆਂ ਤੇ ਵਿਕਾਰਾਂ ਰੂਪ ਜ਼ਹਿਰ ਨਾਲ ਭਰਿਆ ਹੋਇਆ। ਖੁੱਡ ਨੂੰ ਕੁੱਟਿਆ ਮਨ ਨਹੀਂ ਮਰਦਾ। ਵਰਮੀ ਮਾਰੀ ਸਾਪ ਨਾ ਮਰਈ। ਅੱਗੇ ਕੀ ਕਹਿੰਦੇ ਨੇ? ਵਰਮੀ ਮਾਰੀ ਸਾਪ ਨਾ ਮਰੈ। ਮਨ ਦੇ ਮਰੇ ਤੋਂ ਬਿਨਾ ਪ੍ਰਭੂ ਨਹੀਂ ਪਛਾਣਿਆ ਜਾਂਦਾ। ਮਨ ਪਰਮੇਸ਼ਰ ਦੀ ਬੰਦਗੀ ਦੇ ਕੀਤਿਆਂ ਸਾਧੂ ਦੀ ਸੰਗਤ ਦੁਆਰਾ ਸੁਧਰਦਾ ਹੈ। ਮਨ ਕਾ ਮਾਰਨ ਹਰ ਨਾਮ ਹੈ। ਮਨ ਨੂੰ ਵਸੀਕਾਰ ਕਰਨ ਵਾਲਾ ਮਹਾਪੁਰਸ਼ ਅੱਠੇ ਪਹਿਰ ਪ੍ਰਭੂ ਦੇ ਸਨਮੁਖ ਰਹਿੰਦਾ ਹੈ। ਧਾਰਮਿਕ ਪੁਸਤਕਾਂ ਨੂੰ ਪੜ੍ਹਦਾ ਹੈ, ਕਿਉਂਕਿ ਧਾਰਮਿਕ ਪੁਸਤਕਾਂ ਦੇ ਹਥਿਆਰ ਨਾਲ ਮਨ ਦੇ ਔਗਣ ਕੱਟੇ ਜਾ ਸਕਦੇ ਹਨ। ਜਿਸ ਦਾ ਮਨ ਪੂਰਨ ਸ਼ੁੱਧ ਇਕਾਗਰ ਹੋ ਗਿਆ, ਫਿਰ ਉਹ ਮਹਾਪੁਰਸ਼ ਈਸ਼ਵਰ ਦਾ ਹੀ ਰੂਪ ਬਣ ਗਿਆ। ਨਾ ਉਹਨਾਂ ਨੂੰ ਪਿਆਸ ਬੇਚੈਨ ਕਰ ਸਕੇ, ਨਾ ਭੁੱਖ ਵੀ ਆਰਾਮ ਕਰ ਸਕੇ। ਉਹਨੇ ਭੁੱਖ ਅਤੇ ਪਿਆਸ ਨੂੰ ਜਿੱਤ ਲਿਆ। ਉਹ ਭੁੱਖ ਅਤੇ ਪਿਆਸ ਦਾ ਗੁਲਾਮ ਨਹੀਂ ਰਿਹਾ। ਉਹਦਾ ਚਿੱਤ ਧੁਰੇ ਵਾਂਗ ਟਿਕ ਗਿਆ। ਉਸ ਨੇ ਕਾਮ ਦੇ ਜਜ਼ਬੇ ਨੂੰ ਜ਼ਬਤ ਕਰ ਲਿਆ, ਕ੍ਰੋਧ ਨੂੰ ਅਧੀਨ ਕਰ ਲਿਆ। ਲੋਭ ਉਸ ਨੂੰ ਆਪਣੇ ਆਦਰਸ਼ ਵੱਲ ਜਾਣ ਤੋਂ ਰੋਕ ਨਹੀਂ ਸਕਿਆ। ਉਸ ਦੇ ਅੰਦਰ ਹੰਗਤਾ ਦੀ ਬੋ ਨਹੀਂ ਰਹੀ। ਫਿਰ ਉਹ ਕਿਸੇ ਦਾ ਭੈ ਨਹੀਂ ਰੱਖਦਾ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਉਹ ਹੀ ਅਸਲੀ ਸੂਰਮਾ ਹੈ, ਜਿਨ੍ਹਾਂ ਨੂੰ ਇਹੋ ਜਿਹੇ ਜਵਾਂ ਮਰਦ ਸੂਰਮਿਆਂ ਨੇ ਗੁਰਬਾਣੀ ਦੀ ਖੁਰਾਕ ਨਾਲ ਆਪਣੇ ਆਤਮਾ ਨੂੰ ਨਰੋਇਆ ਕੀਤਾ ਹੈ। ਸ਼ਬਦ ਦੇ ਅਭਿਆਸ ਦੀ ਕਸਰਤ ਨਾਲ ਸਰੀਰ ਬਲਵਾਨ ਬਣਾਇਆ ਹੈ ਅਤੇ ਸੰਗਤ ਦੇ ਵਾਤਾਵਰਣ ਵਿੱਚ ਜ਼ਿੰਦਗੀ ਨੂੰ ਜਿਵਾਇਆ ਹੈ। ਜਿਨ੍ਹਾਂ ਦੀ ਪਿੱਠ ਤੇ ਪੂਰਨ ਗੁਰੂ ਦਾ ਥਾਪੜਾ ਹੈ। ਜਦੋਂ ਸੰਸਾਰ ਅਖਾੜੇ ਵਿੱਚ ਉਤਰਦੇ ਹਨ, ਦਰਸ਼ਕ ਉਹਨਾਂ ਦੇ ਸੁੰਦਰ ਚਿਹਰਿਆਂ ਅਤੇ ਸਰੀਰ ਨੂੰ ਤੱਕ ਕੇ ਵਾਹ-ਵਾਹ ਕਰਦੇ ਹਨ। ਢੋਲ ਵੱਜਦੇ ਹਨ, ਬਾਤ ਵੱਜਣ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ। ਇੱਕ ਇੱਕ ਜ਼ਿੰਦਗੀ ਦੇ ਪਹਿਲਵਾਨਾਂ ਅੱਗੇ ਪੰਜ ਪੰਜ ਵਿਕਾਰਾਂ ਰੂਪੀ ਜਵਾਨ ਮੁਕਾਬਲੇ ਲਈ ਆਉਂਦੇ ਹੈ, ਪਰ ਉਹ ਕਾਹਨੂੰ ਵਿਕਾਰਾਂ ਤੋਂ ਮਾਰ ਖਾਂਦੇ ਹੈ, ਸਗੋਂ ਸਾਰਿਆਂ ਦੀ ਪਿੱਠ ਲਵਾ ਕੇ
ਪਟਕਾ ਪਟਕਾ ਕੇ ਮਾਰਦੇ ਤੇ ਜਿੱਤਦੇ ਹਨ। ਇਹ ਹਨ ਅਸਲੀ ਸੂਰਮੇ, ਜਿਹੜੇ ਜੀਵਨ ਦੇ ਮਾਰੂ ਦੁਸ਼ਮਣਾਂ ਉੱਤੇ ਫਤਿਹ ਪ੍ਰਾਪਤ ਕਰਦੇ ਹਨ। ਬਾਣੀ ਕਹਿੰਦੀ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਉਹਨਾਂ ਨੂੰ ਸੂਰਮੇ ਨਹੀਂ ਕਹੀਦਾ ਜਿਹੜੇ ਹੰਕਾਰ ਤੇ ਮਾਣ ਵਿੱਚ ਆ ਕੇ ਜਿੱਤ ਦੇ ਨਸ਼ੇ ਵਿੱਚ ਮਾਰੂ ਹਥਿਆਰਾਂ ਨਾਲ ਕਾਦਰ ਦੀ ਬਣਾਈ ਕੁਦਰਤ ਨੂੰ ਤਬਾਹ ਕਰਦੇ ਹਨ। ਖਾਲਕ ਦੀ ਭੇਜੀ ਖਲਕਤ ਦੇ ਖੂਨ ਨਾਲ ਆਪਣੇ ਹੱਥਾਂ ਨੂੰ ਮਹਿੰਦੀ ਰੰਗ ਚੜਾਉਂਦੇ ਹਨ। ਉਹ ਤਾਂ ਇਹੋ ਜਿਹੇ ਸੂਰਮੇ ਆਪਣਾ ਜੀਵਨ ਹੀ ਵਿਅਰਥ ਗਵਾ ਲੈਂਦੇ ਹਨ। ਸੰਸਾਰ ਦੀਆਂ ਸਭ ਧਾਰਮਿਕ ਪੁਸਤਕਾਂ ਹੰਕਾਰੀ ਜੀਵਾਂ ਉੱਤੇ ਲਾਨਤਾਂ ਪਾਉਂਦੀਆਂ ਹਨ। ਚਲਾ ਦੇ ਸੂਰੇ ਇਹ ਆਖੀਐ, ਸੂਰੇ ਇਹ ਨਾ ਆਖੀਐ, ਅਹੰਕਾਰ ਮਰੈ ਦੁਖ ਪਾਵ ਹੈ। ਅੰਧੇ ਆਪ ਨਾ ਪਛਾਣੇ, ਦੂਜੇ ਪਚ ਜਾਵੇ। ਸੁਣ ਲਾ, ਆਵਾਜ਼ ਆਉਂਦੀ ਹੈ। ਅਸਲੀ ਸੂਰਮਾ ਤਾਂ ਹੰਕਾਰ ਤੋਂ ਫਤਿਹ ਪਾਉਣ ਵਾਲੇ ਨੂੰ ਕਹਿੰਦਾ ਹੈ। ਨਾਨਕ ਸੋ ਸੂਰਾਵਰੀਆ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਫਿਰ ਉਹ ਨਿਰਮਾਣਤਾ ਵਿੱਚ ਰਹਿ ਕੇ ਦੁੱਖਾਂ ਦੇ ਦੁੱਖ ਵੰਡਾਉਂਦਾ ਹੈ, ਦੁਖੀਆਂ ਦੇ ਦੁੱਖ ਕੱਟਦਾ ਹੈ, ਨਿਰਬਲਾਂ ਦੀ ਸਹਾਇਤਾ ਕਰਦਾ ਹੈ। दर्द दिल के वास्ते पैदा किया इंसान को, वरना ताए के लिए कुछ कम न थे करोड़ बिया। ਭਾਵ ਲੋਕਾਂ ਦੇ ਦਿਲ ਦੇ ਦਰਦ ਦੁੱਖ ਭੀੜਾਂ ਦੂਰ ਕਰਨ ਵਾਸਤੇ ਹੀ ਮਨੁੱਖ ਨੂੰ ਬਣਾਇਆ ਹੈ। ਜੇਕਰ ਰੱਬ ਅੱਗੇ ਮੱਥਾ ਟੇਕਣ ਦਾ ਹੀ ਸਵਾਲ ਹੁੰਦਾ ਤਾਂ ਹਜ਼ਾਰਾਂ ਨਹੀਂ ਬਲਕਿ ਕਰੋੜਾਂ ਦੇਵਤੇ ਪਹਿਲੇ ਹੀ ਸਜਦੇ ਕਰਦੇ ਹਨ। ਸੋ ਹਰ ਇੱਕ ਜੀਵ ਦਾ ਆਪਣੇ ਨੇਕ ਕਰਮਾਂ ਨਾਲ ਹੀ ਛੁਟਕਾਰਾ ਹੋਣਾ ਹੈ। ਜਿਵੇਂ ਆਗਰੇ ਸ਼ਹਿਰ ਕਲੰਗੀਆਂ ਵਾਲੇ ਪਾਤਸ਼ਾਹ ਜੀ ਦੇ ਪਾਸ ਸਰਾਰਦੀਨ ਕਾਜੀ ਨੇ ਬੇਨਤੀ ਕੀਤੀ, ਪੀਰ ਜੀ ਮਜਬ ਤੁਮਾਰਾ ਖੂ ਕਿ ਮਜਬ ਹਮਾਰਾ ਖੂ। ਸਤਿਗੁਰਾਂ ਨੇ ਉੱਤਰ ਦਿੱਤਾ, ਤੁਮਕੋ ਤੁਮਾਰਾ ਖੂ ਹਮਕੋ ਹਮਾਰਾ ਖੂ। ਕਾਜੀ ਨੇ ਅਰਜ਼ ਕੀਤੀ, ਮਹਾਰਾਜ ਤੁਹਾਡਾ ਮਜਬ ਚੰਗਾ ਹੈ ਕਿ ਸਾਡਾ ਮਜਬ, ਸਾਡਾ ਮਤ ਦਾ ਈਨ ਇਸਲਾਮ ਸ੍ਰੇਸ਼ਟ ਹੈ। ਹਜ਼ੂਰ ਨੇ ਬਚਨ ਕੀਤਾ ਕਿ ਤੁਹਾਡੇ ਵਾਸਤੇ ਤੁਹਾਡਾ ਦੀਨ ਸ੍ਰੇਸ਼ਟ ਹੈ, ਪਰ ਗੁਰਸਿੱਖਾਂ ਵਾਸਤੇ ਗੁਰਮਤ ਸ਼੍ਰੋਮਣੀ ਹੈ। ਉਸਨੇ ਕਿਹਾ, ਮਹਾਰਾਜ ਇਸਲਾਮ ਦਾ ਨਿਸ਼ਚਾ ਹੈ ਕਿ ਅੰਤ ਦੇ ਸਮੇਂ ਪੈਗੰਬਰ ਤੇ ਭਰੋਸਾ ਰੱਖਣ ਵਾਲੇ ਮੁਸਲਮਾਨਾਂ ਦੀ ਮੁਹੰਮਦ ਸਾਹਿਬ ਸਿਫਾਰਿਸ਼ ਕਰਦੇ ਹਨ ਅਤੇ ਉਹ ਬਹਿਸ਼ਤਾਂ ਵਿੱਚ ਗੋ ਟੂ ਹੈਵਨ, ਬਹਿਸ਼ਤਾਂ ਵਿੱਚ ਚਲੇ ਜਾਂਦੇ ਹਨ ਜਾਂ ਭੇਜੇ ਜਾਂਦੇ ਹਨ। ਸਤਿਗੁਰਾਂ ਨੇ ਆਖਿਆ, ਨੇਕ ਅਮਲ ਕੀਤੇ ਤੋਂ ਬਿਨਾ ਖੁਦਾ ਦੀ ਦਰਗਾਹ ਵਿੱਚ ਕੋਈ ਵੀ ਨਹੀਂ ਜਾ ਸਕਦਾ, ਕੋਈ ਬਖਸ਼ਿਆ ਨਹੀਂ ਜਾਏਗਾ। ਉੱਥੇ ਅਮਲਾਂ ਦੇ ਹੋਣੇ ਨੇ ਨਮੇੜੇ, ਜਾਤ ਕਿਸੇ ਪੁੱਛਣੀ ਨਹੀਂ। ਉਸਨੇ ਕਿਹਾ, ਮਹਾਰਾਜ ਕੁਰਾਨ ਮਜੀਦ ਅਤੇ ਹੋਰ ਮੁਸਲਮਾਨੀ ਧਾਰਮਿਕ ਕਿਤਾਬਾਂ ਤਾਂ ਇਹੋ ਹੀ ਦੱਸ ਰਹੀਆਂ ਨੇ, ਆਪ ਕਿਵੇਂ ਨਹੀਂ ਮੰਨਦੇ। ਉਸ ਸਮੇਂ ਇਹਦੇ ਪਾਸ ਖੜੇ ਹੋਏ ਮੁਸਲਮਾਨ ਨੂੰ ਸਤਿਗੁਰਾਂ ਨੇ ਇੱਕ ਸਿੱਕਾ ਦਿੱਤਾ ਜਿਹਦੇ ਉੱਪਰ ਕਲਮਾ ਲਿਖਿਆ ਸੀ ਅਤੇ ਆਖਿਆ ਕਿ ਸ਼ਹਿਰ ਵਿੱਚੋਂ ਇਹਦੀ ਕੋਈ ਵਸਤੂ ਖਰੀਦ ਕੇ ਲੈ ਕੇ ਆ। ਜਦੋਂ ਸ਼ਹਿਰ ਵਿੱਚ ਗਿਆ ਤਾਂ ਸਾਰੇ ਦੁਕਾਨਦਾਰਾਂ ਨੇ ਕਿਹਾ, ਇਹ ਸਿੱਕਾ ਖੋਟਾ ਹੈ, ਇਹਦੀ ਕੋਈ ਚੀਜ਼ ਨਹੀਂ ਮਿਲ ਸਕਦੀ। ਉਸਨੇ ਵਾਪਸ ਆ ਕੇ ਮਰਦ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਨੂੰ ਕੋਈ ਨਹੀਂ ਲੈਂਦਾ। ਹਜ਼ੂਰ ਕਹਿਣ ਲੱਗੇ, ਕੀ ਕਾਰਨ ਹੈ? ਮੋਹਰ ਤੋਂ ਉੱਪਰ ਬਾਦਸ਼ਾਹ ਦੀ ਲੱਗੀ ਹੋਈ ਹੈ, ਕਲਮਾ ਲਿਖਿਆ ਹੋਇਆ ਹੈ, ਰਾਜ ਵੀ ਮੁਸਲਮਾਨੀ ਹੈ, ਫਿਰ ਕਿਉਂ ਨਹੀਂ ਲਿਆ ਜਾ ਰਿਹਾ? ਉਹਨੇ ਅਰਜ਼ ਕੀਤੀ, ਸਾਹਿਬ ਧਾਤ ਖੋਟੀ ਹੈ, ਖੋਟੀ ਧਾਤ ਦਾ ਮੁੱਲ ਨਹੀਂ ਪੈਂਦਾ। ਸਤਿਗੁਰਾਂ ਨੇ ਕਾਜੀ ਨੂੰ ਆਖਿਆ, ਬਾਹਰਲੇ ਚਿੰਨਾ ਰੂਪ ਮੋਹਰ ਨੇ ਕੁਛ ਨਹੀਂ ਕਰਨਾ, ਅੱਲਾ ਦੇ ਦਰ ਵਿੱਚ ਤਾਂ ਧਾਤ ਹੀ ਪਰਖੀ ਜਾਂਦੀ ਹੈ।
ਉੱਥੇ ਅਮਲਾਂ ਨਾਲ ਨਿਬੇੜਾ ਹੈ, ਕਿਸੇ ਵਰਣ ਜਾਂ ਆਸ਼ਰਮ ਦੇ ਨਾਲ ਲਿਹਾਜ਼ ਨਹੀਂ ਕੀਤਾ ਜਾਣਾ। ਉਸਨੇ ਫਿਰ ਕਿਹਾ, ਮਹਾਰਾਜ ਬੰਦਗੀ ਕਿਹੜੀ ਕਰੇ ਜਿਸ ਨਾਲ ਖੁਦਾ ਤੋਂ ਖੁਦਾ ਦੇ ਪੇਸ਼ ਕਬੂਲ ਪਵੇ। ਸਤਿਗੁਰਾਂ ਨੇ ਕਿਹਾ, ਸਾਰੇ ਗੁਨਾਹਾਂ ਤੋਂ ਪਾਕ ਹੋਵੇ, ਫਿਰ ਆਪ ਨੂੰ ਗੁਨਾਹਗਾਰ ਮੰਨੇ, ਇਹੋ ਹੀ ਅਸਲੀ ਬੰਦਗੀ ਹੈ। ਉਸਨੇ ਫੇਰ ਕਿਹਾ, ਮਹਾਰਾਜ ਜਦੋਂ ਬੰਦਾ ਬੰਦਗੀ ਕਰਕੇ ਪਾਕ ਦੀ ਅਸਲੀ ਬੰਦਗੀ ਦੇ ਵਿੱਚ ਜੁੜਦਾ ਹੈ, ਪਾਕ ਹੋ ਗਿਆ, ਫਿਰ ਆਪ ਨੂੰ ਗੁਨਾਹਗਾਰ ਕਿਉਂ ਮੰਨੇ। ਸਤਿਗੁਰਾਂ ਨੇ ਕਿਹਾ, ਪਾਕੀਜ਼ਗੀ ਦੇ ਤਰ੍ਹਾਂ ਪਾਕੀਜ਼ਗੀ ਦੋ ਤਰ੍ਹਾਂ ਦੀ ਹੋਇਆ ਕਰਦੀ ਹੈ। ਇੱਕ ਤਨ ਦੀ ਪਾਕੀਜ਼ਗੀ ਹੈ, ਇੱਕ ਮਨ ਦੀ ਪਵਿੱਤਰਤਾ ਹੈ। ਪਹਿਲਾਂ ਜਗਿਆਸੂ ਯਤਨ ਕਰੇ ਕਿ ਪਾਪਾਂ ਵੱਲੋਂ ਤਨ ਨੂੰ ਰੋਕੇ, ਬੁਰੇ ਪਾਸਿਓਂ ਤਨ ਨੂੰ ਬਚਾਉਂਦਾ ਰਵੇ। ਤਨ ਦੀ ਪਾਕੀਜ਼ਗੀ ਹੈ, ਮਨ ਨੂੰ ਖੁਦੀ ਤੋਂ ਖੁਲਾਸ ਕਰਨਾ ਮਨ ਦੀ ਪਾਕੀਜ਼ਗੀ ਹੈ। ਇਹ ਆਪਣੇ ਆਪ ਪਾਕੀਜ਼ਗੀ ਹੈ। ਮਨ ਨੂੰ ਖੁਦੀ ਤੋਂ ਖੁਲਾਸ ਕਰਨਾ ਮਨ ਦੀ ਪਾਕੀਜ਼ਗੀ ਹੈ। ਇਹ ਆਪਣੇ ਆਪ ਨਹੀਂ ਹੋਇਆ ਕਰਦੀ। ਜਦੋਂ ਸਾਹਿਬ ਬਖਸ਼ਿੰਦ ਹੋਵੇ, ਫਿਰ ਮੁਰਸ਼ਿਦ ਕਾਮਲ ਦੀ ਸੋਬਤ ਹੋਵੇ ਤਾਂ ਖੁਦੀ ਤੋਂ ਖਲਾਸੀ ਹੋਇਆ ਕਰਦੀ ਹੈ। ਜੋ ਯਤਨ ਕਰਕੇ ਦਿਲੋਂ ਗੁਨਾਹ ਮੰਨੇ, ਉਹ ਬਰਕਤਾਂ ਨੂੰ ਪਾਉਂਦਾ ਹੈ। ਜਿਵੇਂ ਬ੍ਰਿਛ ਦਾ ਫਲ ਆਪਣੀ ਮੁਰਾਦ ਨੂੰ ਉਹ ਹੀ ਪਹੁੰਚਾਉਂਦਾ ਹੈ ਜੋ ਕਿ ਕੱਚਾ ਨਾ ਟੁੱਟੇ, ਬ੍ਰਿਛ ਦੀ ਟਾਹਣੀ ਦੇ ਨਾਲ ਪੱਕ ਕੇ ਉਹ ਮਿਠਾਸ ਦੀ ਰਸ ਸਹਿਤ ਹੁੰਦਾ ਹੈ। ਜੋ ਹਵਾ ਦੇ ਵੇਗ ਨਾਲ ਕੱਚਾ ਟੁੱਟ ਜਾਵੇ, ਉਹ ਪਕਿਆਈ ਦੇ ਰਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਪੈਲ ਵਿੱਚ ਪਾਇਆ ਦਾਗੀ ਹੋ ਜਾਂਦਾ ਹੈ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਮ, ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਮ। ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਨ ਵਾਲੇ ਦੀ ਹੀ ਪਰਪੱਕ ਅਵਸਥਾ ਹੁੰਦੀ ਹੈ। ਜੋ ਗੁਰੂ ਪੀਰਾਂ ਤੋਂ ਦੂਰ ਹੋ ਕੇ ਥੋੜੀ ਜੀ ਵਸਤੂ ਪਾ ਕੇ ਉਹਦਾ ਬਹੁਤਾ ਮਾਣ ਕਰਦੇ ਹੈ ਨਾ, ਉਹ ਅਹੰਕਾਰ ਵਿੱਚ ਸੜਦੇ ਹਨ। ਪਰ ਖੁਦੀ ਤੋਂ ਉਹ ਖਲਾਸੀ ਪਾਉਂਦਾ ਹੈ ਜੋ ਤਨ ਦੀ ਪਾਕੀਜ਼ਗੀ ਤੇ ਪਹੁੰਚ ਕੇ ਫਿਰ ਵੀ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ ਰਵੇ। ਸਿੱਖ ਵਾਸਤੇ ਗੁਰੂ ਦਾ ਮਿਲਾਪ ਤੇ ਮੁਰਸ਼ਿਦ ਦੀ ਸੋਭਤ ਹੀ ਦੋਵੇਂ ਲੋਕਾਂ ਵਿੱਚ ਸੁੱਖ ਦੇਣ ਵਾਲੀ ਹੋਇਆ ਕਰਦੀ ਹੈ। ਜਿਵੇਂ ਉਹ ਸਰੋਵਰ ਦਾ ਪਾਣੀ ਸਦਾ ਪਵਿੱਤਰ ਰਹਿੰਦਾ ਹੈ, ਜਿਸ ਦਾ ਸੰਬੰਧ ਕਿਸੇ ਨਦੀ ਨਾਲੇ ਜਾਂ ਦਰਿਆ ਨਾਲ ਹੋਵੇ। ਸੋਹਣੇ ਚੌੜੇ ਪੱਤਰਾਂ ਵਾਲੇ ਕਮਲ ਫੁੱਲ ਸਰੋਵਰ ਦੀ ਹਿੱਕ ਉੱਤੇ ਤਾਰੀਆਂ ਲਾਉਂਦੇ ਐ। ਜੰਗਲਾਂ ਦੇ ਕਈ ਮ੍ਰਿਗ ਚੁੰਗੀਆਂ ਭਰ ਭਰ ਆਪਣੀ ਪਿਆਸ ਮਿਟਾਉਣ ਲਈ ਉਹ ਸਰੋਵਰ ਤੇ ਆਉਂਦੇ ਹਨ। ਉਹਦਾ ਸੁੰਦਰ ਵਾਤਾਵਰਣ ਦਿਲ ਨੂੰ ਇੱਕ ਅਜੀਬ ਖੁਮਾਰੀ ਚਾੜਦਾ ਹੈ। ਆਪ ਮੁਖਾਰੇਗੀ ਪ੍ਰਭੂ ਨਾਲ ਸੁਰਤ ਦਾ ਜਾ ਜੁੜਨਾ, ਪਰ ਕਿੱਥੋਂ ਤੱਕ, ਜਿੰਨਾ ਚਿਰ ਨਦੀ ਦਾ ਪਾਣੀ ਸਰੋਵਰ ਵਿੱਚ ਦੀ ਲੰਘੀ ਜਾਂਦਾ ਹੈ। ਜਦੋਂ ਨਦੀ ਦੇ ਪਾਣੀ ਦਾ ਵਹਿਣ ਕਿਸੇ ਦੂਸਰੇ ਪਾਸੇ ਵੱਲ ਵਹਿ ਤੁਰਿਆ, ਨਦੀ ਨਾਲੋਂ ਸਰੋਵਰ ਦਾ ਵਿਛੋੜਾ ਪੈ ਗਿਆ, ਤਾਂ ਸਾਰੇ ਕੇਵਲ ਸੜ ਕੇ ਸੁਆਹ ਹੋ ਜਾਇਆ ਕਰਦੇ ਹਨ। ਹਰਿਆਵਲ ਤੇ ਖੇੜਾ ਉਤਨਾ ਚਿਰ ਹੀ ਹੈ ਜਿਤਨਾ ਚਿਰ ਪਾਣੀ ਵਗਦਾ ਹੈ। ਜਦੋਂ ਪਾਣੀ ਖੜੋ ਗਿਆ ਤਾਂ ਉਹ ਸਰੋਵਰ ਗੰਦਾ ਛੱਪੜ ਬਣ ਜਾਂਦਾ ਹੈ। ਇਸ ਤਰ੍ਹਾਂ ਜਦ ਤੱਕ ਇਸ ਜੀਵ ਦਾ ਸੰਬੰਧ ਗੁਰੂ ਰੂਪੀ ਦਰਿਆ ਨਾਲ ਬਣਿਆ ਹੈ, ਉਤਨਾ ਚਿਰ ਮੱਥੇ ਤੇ ਖੇੜਾ ਤੇ ਨੂਰ ਡਲਕਾ ਮਾਰਦਾ ਹੈ। ਚਿਹਰੇ ਤੇ ਮੁਸਕਰਾਹਟ ਤੇ ਨੈਣਾਂ ਵਿੱਚ ਨੂਰਾਨੀ ਝਲਕ ਆ ਵਸਦੀ ਹੈ। ਕੋਈ ਵੈਰੀ ਵੀ ਨਹੀਂ ਦਿਸਦਾ। ਮਨੁੱਖਤਾ ਦੀ ਸੇਵਾ ਵਾਸਤੇ ਦਿਲ ਵਿੱਚ ਉਮਾ ਪੈਦਾ ਹੋ ਜਾਂਦਾ ਹੈ। ਫਿਰ ਉਸ ਸਮੇਂ ਹਰ ਕੋਈ ਪਿਆਰ ਤੇ ਸਤਿਕਾਰ ਨਾਲ ਵੇਖਦਾ ਹੈ। ਪਰ ਜਦੋਂ ਗੁਰੂ ਦਰਿਆ ਨਾਲੋਂ ਵਿਛੋੜਾ ਪੈ ਗਿਆ, ਉਸ ਨਾਲੋਂ ਸੰਬੰਧ ਟੁੱਟ ਗਿਆ, ਫਿਰ ਮੁਸਕਰਾਹਟ ਦੀ ਜਗ੍ਹਾ ਗਮਾਂ ਨੇ ਮੱਲ ਲਈ। ਮੱਥੇ ਤੇ ਤਿਉੜੀਆਂ ਪੈ ਗਈਆਂ, ਅੱਖਾਂ ਵਿੱਚ ਪਿਆਰ ਦੀ ਝਲਕ ਦੀ ਥਾਂ ਕ੍ਰੋਧ
ਜਾਂ ਮੋਤੀਆ ਉਤਰ ਆਇਆ, ਦਿਲ ਤੇ ਸੋਹਣੀਆਂ ਆਸਾਂ ਤੇ ਕਬਲ ਫੁੱਲ ਸੜ ਕੇ ਸੁਆਹ ਹੋ ਗਏ। ਜਿਵੇਂ ਸਤਿਗੁਰਾਂ ਨੇ ਇੱਕ ਹਰੇ ਭਰੇ ਅੱਕ ਦੇ ਮੁੱਢ ਵੱਲ ਜੋ ਹਵਾ ਦੇ ਝੋਲਿਆਂ ਨਾਲ ਪੂਰਨ ਮਸਤੀ ਵਿੱਚ ਝੂਮ ਰਿਹਾ ਸੀ ਤੱਕਿਆ, ਜਿਸ ਨਾਲ ਲੱਗੀਆਂ ਸੁੰਦਰ ਖੱਖੜੀਆਂ ਕੋਲੋਂ ਲੰਘਣ ਵਾਲੇ ਮਨੁੱਖ ਨੂੰ ਦੁਸਹਿਰੀ ਅੰਬ ਦਾ ਭੁਲੇਖਾ ਪਾ ਰਹੀਆਂ ਸਨ। ਪਰ ਜਦੋਂ ਗੁਰੂ ਜੀ ਦੂਸਰੇ ਦਿਨ ਉਸ ਪਾਸੇ ਆਏ, ਉਹ ਖੱਖੜੀਆਂ ਆਪਣੇ ਪਿਆਰੇ ਅੱਕ ਨਾਲੋਂ ਟੁੱਟ ਕੇ ਧਰਤੀ ਤੇ ਡਿੱਗੀਆਂ, ਸੁੱਕੇ ਮੂਲੀ ਵਾਂਗ ਝਿਰੜੀਆਂ ਤੇ ਤਿਉੜੀਆਂ ਦੇ ਸਹਿਤ ਪਈਆਂ ਸਨ। ਉਹਨਾਂ ਵਿੱਚੋਂ ਨਿਕਲੀ ਰੂਹ ਤੁੰਬਾ ਹੋ ਕੇ ਹਵਾ ਨਾਲ ਹੱਸ ਰਹੀ ਸੀ ਤਾਂ ਹਜ਼ੂਰ ਨੇ ਇਹ ਵਾਕ ਉਚਾਰਨ ਕੀਤਾ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹੋ ਵਿਛੋੜਾ ਧਣੀ ਸੋ ਨਾਨਕ ਸਹਿ ਗੰਠ। ਸੋ ਸਾਧ ਸੰਗਤ ਜੀ ਬੜੀ ਕਿਰਪਾ ਹੋਈ ਹੈ। ਆਪਾਂ ਨੇ 115 ਨੰਬਰ ਸਫੇ ਤੱਕ 101 ਤੋਂ ਲੈ ਕੇ 115 ਨੰਬਰ ਸਫੇ ਤੱਕ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਤੋਂ ਪਤਾ ਹੀ ਕੋਈ ਨਹੀਂ ਕਿੰਨੀਆਂ ਗਲਤੀਆਂ ਹੋਈਆਂ ਹਨ। ਸੋ ਆਪ ਸਾਰੀਆਂ ਸੰਗਤਾਂ ਬਖਸ਼ਣਯੋਗ ਹੋ, ਕਿਰਪਾ ਕਰਕੇ ਬਖਸ਼ ਲੈਣਾ। ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ, ਦੋਸਤਾਂ ਮਿੱਤਰਾਂ ਵਿੱਚ, ਰਿਸ਼ਤੇਦਾਰਾਂ ਵਿੱਚ, ਭੈਣਾਂ ਭਾਈਆਂ ਵਿੱਚ ਔਰ ਗਰੁੱਪਾਂ ਦੇ ਵਿੱਚ, ਤਾਂ ਕਿ ਜਿਵੇਂ ਆਪਾਂ ਵੱਡੇ ਸੰਤ ਜੀ ਮਹਾਰਾਜ ਦੀ ਸ਼ਖਸੀਅਤ ਤੋਂ ਜਾਣੂ ਹੋਏਗਾ ਜਾਂ ਹੋ ਰਹੇਗਾ, ਇਵੇਂ ਸਾਰੀਆਂ ਸੰਗਤਾਂ ਵੀ ਇਸ ਕਥਾ ਤੋਂ ਪੂਰਾ ਲਾਹਾ ਪ੍ਰਾਪਤ ਕਰਨ। ਸੋ ਇਸ ਕਥਾ ਨੂੰ ਆਪ ਜੀ ਲਾਈਕ ਕਰੋ ਜੀ, ਸਬਸਕ੍ਰਾਈਬ ਕਰੋ ਜੀ, ਕਮੈਂਟ ਦੇ ਵਿੱਚ ਵਾਹਿਗੁਰੂ, ਸਤਨਾਮ ਜਾਂ ਸੰਤ ਮਹਾਰਾਜ ਜੀ ਦਾ ਨਾਮ ਜਾਂ ਰਾੜਾ ਸਾਹਿਬ ਲਿਖ ਕੇ ਕਮੈਂਟ ਕਰਨ ਦੀ ਕਿਰਪਾਲਤਾ ਕਰੋ। ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ। ਸੋ ਸੰਤ ਆਸ਼ਰਮ ਮਲੇਸ਼ੀਆ ਟੀਵੀ ਫੇਸਬੁੱਕ ਦੇ ਉੱਤੇ ਸੰਤ ਆਸ਼ਰਮ ਜਾਂ ਸੰਤ ਪ੍ਰਿਤਪਾਲ ਸਿੰਘ ਖਾਲਸਾ ਤੇ ਤੁਸੀਂ ਆ ਕੇ ਐਡ ਹੋ ਸਕਦੇ ਹੋ। ਔਰ ਜਿਹੜਾ ਵੀ YouTube ਦਾ ਚੈਨਲ ਹੈ ਉੱਤੇ ਸੰਤ ਆਸ਼ਰਮ ਮਲੇਸ਼ੀਆ ਟੀਵੀ ਹੈ, ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਇਤਨੀਆਂ ਬੇਨਤੀਆਂ ਪ੍ਰਵਾਨ, ਗਲਤੀ ਭੁੱਲ ਚੁੱਕ ਮਾਫ। ਦੇਵੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।